ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। चिंता लाहे हमारी, अवर न सूझै दूजी ठाहर। हार परयो तो द्वारी, लेखा छोड़िया लेखै छूटै। हम निर्गुण लेहो उबारी, सदबख्शिंद सदा मेहरबाना। सबना दे आधारी, नानक दास संत पाछै परयो। राख लिहो ए बारी, होवै सिफत कसम। तुद डिठे सचे पात, मल जन्म जन्म दी। सज्जन सच्चा पातशाह, सिर सांद साहो। जिस पास बैठिया सबना दा वेसाहो। सुकाओ टल गुर से, अहनिस सहज सुभाए। दर्शन परसै गुरु का, जन्म मरण दुख जाए। सतनाम श्री वाहिगुरु साहिब जीओ। बसंत हिंडोल घर दूजा, एक ओंकार सतगुर प्रसाद। माता झूठी पिता भी झूठा, झूठे ही फल लागे। आवे झूठे जाए भी झूठे, झूठे मरे भागे। कहो पंडित सोचा कवन ठाओ, जहाँ बैस हो भोजन खाओ। माता झूठी पिता भी झूठा, झूठे ही फल लागे। वाहिगुरु जी का खालसा, वाहिगुरु जी की फतेह। सतगुरां दी साजे नवाजे गुरु की संगत। सतगुरां ने कृपा की है, सत संगत प्राप्त हुई है। महाराज जी गुरबाणी अंदर बचन करदे कि थोड़े तो थोड़ा समा संगत विच बैठना भी लाभदायक है। गुरु गोबिंद सिंह महाराज ने 52 हुक्म श्री हजूर साहब की धरती ते रहत बहत दे खालसे नूं बख्शे।
ਉਹਨਾਂ ਹੁਕਮਾਂ ਦੇ ਵਿੱਚ ਇੱਕ ਬਚਨ ਇਹ ਕੀਤਾ ਹੈ ਕਿ ਸਾਡਾ ਸਿੱਖ ਸਤ ਸੰਗਤ ਵਿੱਚ ਦੀਵਾਨ ਦੇ ਵਿੱਚ ਬੈਠਿਆ ਕਰੇ, ਗੁਰਬਾਣੀ ਨਿਤਨੇਮ ਕੀਰਤਨ ਤੇ ਕਥਾ ਇਹ ਗੁਰੂ ਦਰਬਾਰ ਵਿੱਚ ਬੈਠ ਕੇ ਸੰਗਤ ਵਿੱਚ ਬੈਠ ਕੇ ਸਰਵਣ ਕਰੇ। ਸਤ ਸੰਗਤ ਕਰਨੀ ਇਹ ਮਹਾਰਾਜ ਜੀ ਦਾ ਹੁਕਮ ਵੀ ਹੈ। ਸਤਿਗੁਰਾਂ ਦੇ ਬਚਨ ਨੂੰ ਕਮਾਉਂਦਿਆਂ ਹੋਇਆਂ ਆਪ ਸੰਗਤ ਗੁਰੂ ਦਰਬਾਰ ਵਿੱਚ ਆ ਕੇ ਬੈਠੇ, ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਵੇਲੇ ਮਹਾਰਾਜ ਸਾਨੂੰ ਸ਼ਬਦ ਦੀ ਵਿਚਾਰ ਬਖਸ਼ਿਸ਼ ਕਰਦੇ ਪਏ। ਆਪਣੇ ਧਿਆਨ ਨੂੰ ਟਿਕਾਈਏ ਤੇ ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਹਿੰਡੋਲ ਘਰ ਦੂਜਾ। ਬਸੰਤ ਰਾਗ ਦਾ ਇਹ ਸ਼ਬਦ ਬਸੰਤ ਤੇ ਹਿੰਡੋਲ ਦੋਨਾਂ ਨੂੰ ਮਿਸ਼ਰਤ ਕਰਕੇ ਮਿਲਾ ਕੇ ਇਹ ਕਬੀਰ ਸਾਹਿਬ ਜੀ ਸ਼ਬਦ ਜੋ ਹੈ ਬਖਸ਼ਿਸ਼ ਕਰਦੇ ਪਏ। ਗਾਉਣ ਵਾਲੇ ਜਿਹੜੇ ਗਵਈਏ ਨੇ ਉਹਨਾਂ ਨੂੰ ਦੂਜੇ ਘਰ ਦੇ ਅੰਦਰ ਇਹ ਰਾਗ ਪੜ੍ਹਨ ਦਾ ਹੁਕਮ ਹੈ। ਜਿਸ ਤਰ੍ਹਾਂ ਕਿ ਕੀਰਤਨ ਦੇ ਨਾਲ ਤਬਲਾ ਵਜਾਇਆ ਜਾਂਦਾ ਹੈ, ਤਬਲੇ ਦੇ ਘਰ ਹੁੰਦੇ, ਰਾਗ ਨੂੰ ਪੜ੍ਹਦਿਆਂ ਹੋਇਆਂ ਦੂਜੇ ਘਰ ਦੇ ਅੰਦਰ ਇਹ ਸ਼ਬਦ ਗਾਉਣ ਦਾ ਹੁਕਮ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਨਿਰੰਕਾਰ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮੇਸ਼ਰ ਵਰਗਾ ਨਾ ਕੋਈ ਪਹਿਲਾਂ ਸੀ, ਨਾ ਕੋਈ ਅੱਗੇ ਹੋਵੇਗਾ। ਉਹ ਆਪਣੇ ਵਰਗਾ ਖੁਦ ਆਪ ਹੀ ਹੈ, ਉਹਦੇ ਵਰਗਾ ਕੋਈ ਦੂਜਾ ਹੈ ਨਹੀਂ। ਤਾਂ ਪਾਤਸ਼ਾਹ ਕਹਿੰਦੇ ਓੰਕਾਰ ਇੱਕ, ਪਰਮਾਤਮਾ ਇੱਕ ਹੈ, ਉਹਦਾ ਕੋਈ ਦੂਜਾ ਰੂਪ ਨਹੀਂ ਹੈ, ਉਹ ਆਪਣੇ ਵਰਗਾ ਆਪ ਹੀ ਹੈ। ਸਤਿਗੁਰ ਪ੍ਰਸਾਦ ਉਹ ਸਤ ਚੇਤਨ ਆਨੰਦ ਸਰੂਪ ਹੈ। ਜਾਂ ਆਪਾਂ ਕਹਿ ਲਈਏ ਸਤਿਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਪ੍ਰਾਪਤ ਹੁੰਦਾ, ਬਖਸ਼ਿਸ਼ ਕਰਦੇ ਹਨ। ਮਾਤਾ ਝੂਠੀ ਪਿਤਾ ਵੀ ਝੂਠਾ। ਸਾਹਿਬ ਕਬੀਰ ਜੀ ਕਾਂਸ਼ੀਪੁਰੀ ਦੇ ਵਿੱਚ, ਕਾਂਸ਼ੀ ਨਾਮ ਦਾ ਸ਼ਹਿਰ ਹੈ, ਇੱਥੇ ਨਿਵਾਸ ਰੱਖਦੇ ਤੇ ਬਾਹਰੋਂ ਕੋਈ ਵਿਦਵਾਨ ਪੰਡਤ ਜਿਸ ਨੇ ਬਹੁਤ ਜ਼ਿਆਦੇ ਗ੍ਰੰਥ ਪੜ੍ਹੇ ਹੋਏ ਤੇ ਬੜੀ ਵਿਦਿਆ ਹੈ, ਇਹ ਚੱਲ ਪਿਆ ਵੱਖਰੇ ਵੱਖਰੇ ਸ਼ਹਿਰਾਂ ਦੇ ਪੰਡਤ ਜਿੱਤਣ ਵਾਸਤੇ, ਤਾਂ ਕਿ ਮੈਂ ਦਿਗ ਵਿਜੇ ਹੋ ਜਾਵਾਂ ਵੀ ਮੈਂ ਸਾਰੀ ਦੁਨੀਆ ਦੇ ਵਿਦਵਾਨ ਜਿੱਤ ਲੈ। ਜਦੋਂ ਇਹ ਵਿਦਵਾਨ ਪੰਡਤ ਚਲਦਿਆਂ ਚਲਦਿਆਂ ਕਾਂਸ਼ੀ ਪਹੁੰਚਿਆ ਤੇ ਕਾਂਸ਼ੀ ਦੇ ਜਿਹੜੇ ਪੰਡਤ ਸਨ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਆਓ ਮੇਰੇ ਨਾਲ ਚਰਚਾ ਕਰੋ, ਵਿਚਾਰ ਕਰੋ, ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਾਂਗੇ। ਜੇ ਤੁਸੀਂ ਹਾਰ ਗਏ, ਤੁਹਾਡੇ ਵਿੱਚੋਂ ਇੱਕ ਪੰਡਤ ਮੇਰੇ ਨਾਲ ਚਰਚਾ ਕਰ ਸਕਦਾ, ਜਿਹਨੂੰ ਮਰਜ਼ੀ ਚੁਣ ਕੇ ਭੇਜ ਦਿਓ। ਜੇ ਉਹ ਪੰਡਤ ਹਾਰ ਗਿਆ ਤੇ ਸਾਰੇ ਕਾਂਸ਼ੀ ਦੇ ਪੰਡਤਾਂ ਨੂੰ ਆਪਣੀ ਹਾਰ ਕਬੂਲਣੀ ਪਵੇ, ਤੇ ਜੇ ਮੈਂ ਹਾਰ ਗਿਆ, ਪੰਡਤ ਕਹਿਣ ਲੱਗਾ, ਤੇ ਮੈਂ ਆਖਾਂਗਾ ਮੈਂ ਸਾਰੀ ਦੁਨੀਆ ਤੋਂ ਹਾਰ ਗਿਆ, ਇਹ ਮੈਂ ਮੰਨ ਲਵਾਂਗਾ। ਜਦੋਂ ਇਹ ਸੁਨੇਹਾ ਕਾਂਸ਼ੀ ਵਿੱਚ ਪਹੁੰਚਿਆ ਤੇ ਉਹਨਾਂ ਪੰਡਤ ਵਿਦਵਾਨਾਂ ਨੇ ਸੋਚਿਆ ਵੀ ਆਪਣੇ ਤੋਂ ਤੇ ਜਿੱਤਿਆ ਨਹੀਂ ਜਾਣਾ ਹੈ, ਕਿਉਂ ਨਾ ਹੋਵੇ ਕਬੀਰ ਸਾਹਿਬ ਦੇ ਮੱਥੇ ਲਾਈਏ। ਕਬੀਰ ਸਾਹਿਬ ਵੀ ਬੜੀ ਚਰਚਾ ਕਰਨੀ ਜਾਣਦੇ, ਬੜੇ ਹਾਜ਼ਰ ਜਵਾਬ ਨੇ ਤੇ ਬੜੇ ਲੋਕ ਇਹਨਾਂ ਨੂੰ ਮੰਨਣ ਵਾਲੇ ਨੇ, ਬੜੇ ਲੋਕ ਇਹਨਾਂ ਦੇ ਪੈਰੋਕਾਰ ਨੇ, ਬਚਨ ਸੁਣਨ ਵਾਲੇ ਨੇ। ਉਸ ਵੇਲੇ ਕਬੀਰ ਸਾਹਿਬ ਜੀ ਦੇ ਕੋਲ ਉਹਨੂੰ ਲੈ ਕੇ ਆ ਗਿਆ, ਉਹ ਜਿਹੜਾ ਪੰਡਤ ਦੁਨੀਆ ਜਿੱਤਦਾ ਆਉਂਦਾ, ਗ੍ਰੰਥਾਂ ਨੂੰ ਉਸਨੇ ਆਪਣੇ ਕੋਲ ਰੱਖਿਆ ਹੋਇਆ।
ਇਧਰ ਕਬੀਰ ਸਾਹਿਬ ਜੀ ਖੱਡੀ ਬੁਣਦੇ ਪਏ ਸਨ, ਆਪਣੇ ਘਰ ਦੇ ਵਿੱਚ ਤੰਦਨਾ ਬੁਣਨ ਦਾ ਕੰਮ ਕਰਦੇ ਪਏ। ਤੇ ਇਹਨਾਂ ਦੇ ਪੁੱਤਰ ਨੇ ਆਖਿਆ, ਕਹਿਣ ਲੱਗੇ ਵੀ ਪਿਤਾ ਜੀ ਪ੍ਰਸ਼ਾਦਾ ਤਿਆਰ ਹੈ ਤੇ ਪ੍ਰਸ਼ਾਦਾ ਛਕ ਲਓ। ਤੇ ਕਬੀਰ ਸਾਹਿਬ ਜੀ ਕਹਿੰਦੇ ਵੀ ਭਾਈ ਜਿੱਥੇ ਅਸੀਂ ਕੰਮ ਕਰਦੇ ਪਏ ਇੱਥੇ ਹੀ ਲਿਆ ਥਾਲੀ 'ਚ ਪਾ ਕੇ, ਇੱਥੇ ਬੈਠੇ ਬੈਠੇ ਹੀ ਛਕ ਲੈਂਦੇ ਹਾਂ ਤੇ ਫਿਰ ਕੰਮ ਸ਼ੁਰੂ ਕਰ ਦਿਆਂਗੇ। ਇੱਧਰੋਂ ਥਾਲੀ ਵਿੱਚ ਭੋਜਨ ਪ੍ਰਸ਼ਾਦਾ ਪਾ ਕੇ ਲਿਆ ਕੇ ਰੱਖਿਆ ਤੇ ਉਹਨੇ ਚਿਰ ਨੂੰ ਪੰਡਤ ਆ ਗਿਆ, ਵਿਦਵਾਨ ਚਰਚਾ ਕਰਨ ਵਾਸਤੇ। ਕਬੀਰ ਸਾਹਿਬ ਜੀ ਨੂੰ ਭੋਜਨ ਛਕਦਿਆਂ ਖੱਡੀ ਵਿੱਚ ਬੈਠੇ ਹੋਏ ਤੇ ਤਾਣਾ ਬੁਣਦੇ ਪਏ ਤੇ ਨਾਲ ਪ੍ਰਸ਼ਾਦਾ ਛਕਣ ਲੱਗ ਪਏ। ਕੰਮ ਕਰਦਿਆਂ ਵੇਖ ਕੇ ਉਹ ਕਹਿਣ ਲੱਗਾ, ਅਰੇ ਰੇ ਅਰੇ ਰੇ ਇਹ ਕਿਆ ਹੁਆ, ਆਪ ਤੋਂ ਯਹਾਂ ਹੀ ਬੈਠ ਗਏ, ਝੂਠਾ ਭੋਜਨ ਛਕਦੇ ਪਏ, ਜਗ੍ਹਾ ਚੰਗੀ ਨਹੀਂ ਹੈ, ਆਪ ਸੁੱਚੇ ਨਹੀਂ ਹੋ। ਕਬੀਰ ਸਾਹਿਬ ਜੀ ਉਹਦੀ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਰਹਾਉ ਦੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਜੀ ਫਿਰ ਕਹਿੰਦੇ ਬਖਸ਼ਦੇ ਹਨ, ਕਹੋ ਪੰਡਤ ਸੁਚਾ ਕਵਨ ਠਾਓ। ਕਬੀਰ ਸਾਹਿਬ ਜੀ ਕਹਿੰਦੇ ਪੰਡਤ ਜੀ ਕੀ ਹੋਇਆ? ਬੜੇ ਹੈਰਾਨ ਹੋਏ, ਬੜੇ ਕਰਲਾਏ, ਬੜਾ ਰੌਲਾ ਪਾਇਆ। ਪੰਡਤ ਕਹਿੰਦਾ ਰੌਲਾ ਤਾਂ ਪਾਇਆ ਵੀ ਤੁਸੀਂ ਤੇ ਝੂਠੀ ਥਾਂ ਤੇ ਬਹਿ ਗਏ, ਭੋਜਨ ਛਕਣ ਇੱਥੇ ਹੀ ਬੈਠ ਗਏ, ਤੁਹਾਨੂੰ ਜਗ੍ਹਾ ਸੁੱਚੀ ਲੱਭਣੀ ਚਾਹੀਦੀ ਸੀ, ਉੱਥੇ ਬੈਠਣਾ ਚਾਹੀਦਾ। ਤੇ ਕਬੀਰ ਸਾਹਿਬ ਜੀ ਕਹਿੰਦੇ ਕਹੋ ਪੰਡਤ, ਪੰਡਤ ਜੀ ਦੱਸੋ ਫਿਰ ਸੂਚਾ ਕਵਨ ਠਾਓ, ਉਹ ਜਗ੍ਹਾ ਕਿਹੜੀ ਹੈ ਸੁੱਚੀ ਜਿੱਥੇ ਅਸੀਂ ਬੈਠੀਏ ਜਾ ਕੇ? ਤੁਸੀਂ ਦੱਸੋਗੇ ਤੇ ਅਸੀਂ ਉੱਥੇ ਬੈਠ ਜਾਵਾਂਗੇ, ਪਰ ਦੱਸੋ ਤੇ ਸਹੀ ਨਾ ਵੀ ਸੁੱਚੀ ਜਗ੍ਹਾ ਹੈ ਕਿਹੜੀ? ਇਹਨੂੰ ਤੁਸੀਂ ਝੂਠਾ ਆਖਦੇ ਹੋ। ਜਹਾਂ ਬੈਸ ਹੋ ਭੋਜਨ ਖਾਓ, ਜਿੱਥੇ ਬੈਠ ਕੇ ਮੈਂ ਭੋਜਨ ਛਕਾਂ ਤੁਸੀਂ ਦੱਸ ਦਿਓ ਵੀ ਫਲਾਣੀ ਜਗ੍ਹਾ ਸੁੱਚੀ ਹੈ ਤੇ ਮੈਂ ਜਾ ਕੇ ਉੱਥੇ ਬੈਠਾਂਗਾ। ਮੈਂ ਜ਼ਰੂਰ ਝੂਠੀ ਜਗ੍ਹਾ ਦੇ ਉੱਪਰ ਬੈਠ ਕੇ ਭੋਜਨ ਛਕਣਾ ਹੈ। ਇਹ ਕਬੀਰ ਸਾਹਿਬ ਜੀ ਨੇ ਸਵਾਲ ਕੀਤਾ। ਪੰਡਤ ਹੈਰਾਨ ਹੋ ਗਿਆ, ਕਹਿਣ ਲੱਗਾ ਕਬੀਰ ਸਾਹਿਬ ਸਵਾਲ ਤੇ ਮੈਂ ਕਰਨ ਆਇਆ ਸੀ ਤੇ ਤੁਸੀਂ ਮੈਨੂੰ ਅੱਗੋਂ ਸਵਾਲ ਕਰਨ ਲੱਗ ਪਿਆ ਵੀ ਦੱਸੋ ਜਗ੍ਹਾ ਕਿਹੜੀ ਹੈ ਸੁੱਚੀ ਜਿੱਥੇ ਬੈਠ ਕੇ ਭੋਜਨ ਛਕੀਏ? ਪਹਿਲਾਂ ਮੈਂ ਸਵਾਲ ਕਰਾਂਗਾ, ਉਹਦਾ ਤੇ ਜਵਾਬ ਦਿਓ ਨਾ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਹਾਂ ਦੱਸ ਭਾਈ ਤੇਰਾ ਕੀ ਸਵਾਲ ਹੈ? ਕਹਿੰਦਾ ਮੇਰਾ ਸਵਾਲ ਇਹ ਹੈ ਵੀ ਤੁਸੀਂ ਝੂਠੀ ਜਗ੍ਹਾ ਤੇ ਬੈਠ ਕੇ ਭੋਜਨ ਛਕਦੇ ਪਏ, ਤੁਸੀਂ ਤੇ ਝੂਠੇ ਹੋ। ਇਹ ਬਚਨ ਸੁਣ ਕੇ ਫਿਰ ਕਬੀਰ ਸਾਹਿਬ ਆਖਦੇ ਹਨ, ਮਾਤਾ ਝੂਠੀ ਪਿਤਾ ਵੀ ਝੂਠਾ। ਕਬੀਰ ਸਾਹਿਬ ਜੀ ਕਹਿਣ ਲੱਗੇ ਪੰਡਤ ਜੀ ਜਿਸ ਮਾਤਾ ਨੇ ਸਾਨੂੰ ਸਾਰਿਆਂ ਨੂੰ ਜਨਮ ਦਿੱਤਾ ਹੈ ਨਾ, ਤੇ ਮਾਤਾ ਵੀ ਝੂਠੀ ਹੈ। ਉਹਦਾ ਕਾਰਨ ਮਹਾਰਾਜ ਨੇ ਆਖਿਆ, ਜਿਉਂ ਜੋਰੂ ਸਿਰ ਨਾਵਨੀ ਆਵੇ ਵਾਰੋ ਵਾਰ, ਝੂਠਾ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਆਸਾ ਦੀ ਵਾਰ ਗੁਰਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ। ਪਾਤਸ਼ਾਹ ਕਹਿੰਦੇ ਮਾਂ ਵੀ ਝੂਠੀ ਹੈ। ਤੇ ਦੂਜਾ ਝੂਠਾ ਕਾਰਨ ਇਹ ਮੰਨਿਆ ਕਿ ਬੱਚਾ ਮਾਂ ਦੀ ਗੋਦੀ ਵਿੱਚ ਲੰਮੇ ਪਿਆ ਹੀ ਆਪਣੇ ਸਰੀਰ ਦੀ ਕਿਰਿਆ ਕਰ ਦਿੰਦਾ ਹੈ, ਇਸ ਕਰਕੇ ਮਾਤਾ ਦੇ ਕੱਪੜੇ ਝੂਠੇ ਹੋ ਜਾਂਦੇ। ਪਾਤਸ਼ਾਹ ਕਹਿਣ ਲੱਗੇ ਭਾਈ ਮਾਂ ਵੀ ਤੇ ਝੂਠੀ ਹੈ ਨਾ ਜਿਹਨੇ ਜਨਮ ਦਿੱਤਾ, ਤੇ ਪਿਤਾ ਵੀ ਝੂਠਾ, ਜਿਸ ਬਾਪ ਦੇ ਘਰੇ ਜਨਮੇ ਤੇ ਉਹ ਬਾਪ ਵੀ ਝੂਠਾ ਹੀ ਹੈ, ਉਹਦੀ ਕਿਰਿਆ ਵੀ ਝੂਠੀ ਹੈ। ਭਗਤ ਸਾਹਿਬ ਜੀ ਕਬੀਰ ਜੀ ਗੁਰਬਾਣੀ ਵਿੱਚ ਕਹਿੰਦੇ ਪਾਣੀ ਮੈਲਾ ਮਾਟੀ ਗੋਰੀ, ਜਿਸ ਪਾਣੀ ਤੋਂ ਅਸੀਂ ਪੈਦਾ ਹੋਏ ਹਾਂ ਉਹ ਪਾਣੀ ਉਹ ਬਿੰਦ ਵੀ ਤੇ ਮੈਲੀ ਹੈ ਨਾ। ਮੈਲੇ ਪਾਣੀ ਤੋਂ ਇਹ ਗੋਰਾ ਚਿੱਟਾ ਸਰੀਰ ਰੱਬ ਨੇ ਬਣਾਇਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਗੁਰਬਾਣੀ ਦਾ ਮਾਂ ਵਾਕ ਕਹਿੰਦੇ ਮੈਲੇ ਪਾਣੀ ਤੋਂ ਬੰਦਿਆ ਤੂੰ ਬਣਿਆ। ਆਪਣੇ ਆਪ ਨੂੰ ਬੜਾ ਹੁਣ ਚੰਗਾ ਸਮਝਦਾ ਪਿਆ। ਕਬੀਰ ਸਾਹਿਬ ਜੀ ਕਹਿੰਦੇ ਪਿਤਾ ਵੀ ਝੂਠਾ, ਜਿਹੜਾ ਪਿਤਾ ਹੈ ਉਹ ਵੀ ਤੇ ਝੂਠਾ ਹੀ ਹੈ ਤੇ ਬਖਸ਼ਦੇ ਹਨ। ਝੂਠੇ ਹੀ ਫਲ ਲੱਗੇ। ਇਹ ਜਿਹੜੇ ਫਲ ਲੱਗੇ ਨੇ ਮਾਂ ਬਾਪ ਨੂੰ ਫਲ ਕੀ ਲੱਗਦੇ? ਮਾਂ ਬਾਪ ਨੂੰ ਫਲ ਲੱਗਾ ਪੁੱਤਰ ਧੀਆਂ ਦਾ। ਤੇ ਪਾਤਸ਼ਾਹ ਕਹਿਣ ਲੱਗੇ ਜਿਸ ਮਾਂ ਬਾਪ ਤੋਂ ਪੈਦਾ ਹੋਏ ਉਹ ਮਾਂ ਬਾਪ ਝੂਠੇ ਨੇ, ਤੇ ਜਿਹੜਾ ਅੱਗੇ ਫਲ ਲੱਗਾ ਤੇ ਉਹ ਵੀ ਤੇ ਝੂਠਾ ਹੀ ਹੋਵੇਗਾ ਨਾ। ਫਲ ਨੂੰ ਸੁੱਚਾ ਤੇ ਨਹੀਂ ਨਾ ਕਹਿ ਸਕਦੇ, ਪੁੱਤਰ ਧੀਆਂ ਨੂੰ ਸੁੱਚੇ ਤੇ ਨਹੀਂ ਨਾ ਕਹਿ ਸਕਦੇ। ਜੇ ਮਾਂ ਬਾਪ ਜਨਮ ਦੇਣ ਵਾਲੇ ਝੂਠੇ ਤੇ ਉਹਨਾਂ ਤੋਂ ਪੈਦਾ ਹੋਣ ਵਾਲੇ ਬੱਚੇ ਵੀ ਅੱਗੇ ਝੂਠੇ ਹੀ ਨੇ, ਝੂਠੇ ਹੀ ਫਲ ਲੱਗੇ ਹੋਏ ਹਨ। ਆਵੇ ਝੂਠੇ ਜਾਏ ਪੀ ਝੂਠੇ। ਸਤਿਗੁਰੂ ਕਹਿਣ ਲੱਗੇ ਭਾਈ ਜਦੋਂ ਆਪਾਂ ਆਉਂਦੇ ਆ ਨਾ ਕਿਸੇ ਇਲਾਕੇ ਵਿੱਚ, ਅਸੀਂ ਵੀ ਝੂਠ ਦੇ ਸਮੇਤ ਹੀ ਆਉਂਦੇ ਆ। ਜਿਸ ਇਲਾਕੇ ਵਿੱਚ ਆਏ ਤੇ ਜਾਹੇ ਪੀ ਝੂਠੇ, ਜਦੋਂ ਇੱਥੋਂ ਜਾਣਾ ਹੈ ਕਿਸੇ ਪਾਸੇ ਨੂੰ ਤੇ ਇੱਥੋਂ ਵੀ ਝੂਠਿਆਂ ਨਹੀਂ ਜਾਣਾ।
ਆਉਣ ਵਾਲੇ ਵੀ ਝੂਠੇ ਨੇ ਤੇ ਜਾਣ ਵਾਲੇ ਵੀ ਝੂਠੇ ਹਨ। ਫਿਰ ਬਖਸ਼ਿਸ਼ ਕਰਦੇ ਹਨ। ਆਵੇ ਝੂਠੇ ਜਾਏ ਵੀ ਝੂਠੇ। ਗੁਰਮੁਖੋ ਜਦੋਂ ਦੁਨੀਆ ਤੇ ਆਈਦਾ ਨਾ ਜਨਮ ਲੈ ਕੇ, ਉਦੋਂ ਵੀ ਤੇ ਝੂਠੇ ਹਨ। ਅਪਵਿੱਤਰ ਜਗ੍ਹਾ ਤੇ ਰਾਹੀਂ ਵਿਅਕਤੀ ਸੰਸਾਰ ਵਿੱਚ ਆਉਂਦਾ ਹੈ। ਮੁਖ ਤਲੈ ਪੈਰ ਉਪਰੈ ਵਸੰਦੋ ਕੋਥੜੈ ਥਾਇ, ਗੁਰਬਾਣੀ ਦਾ ਬਚਨ ਹੈ। ਕਹਿਣ ਲੱਗੇ ਮਾਂ ਦੇ ਗਰਭ ਦੇ ਵਿੱਚ ਤੋਂ ਬੜੀ ਕੋਥਰੀ ਜਗ੍ਹਾ, ਜਿਹਨੂੰ ਕਿਹਾ ਜਾਂਦਾ ਗੰਦੀ ਜਗ੍ਹਾ, ਜਿੱਥੋਂ ਮਲ ਮੂਤਰ ਹੋ ਕੇ ਗੁਜ਼ਰਦਾ, ਉੱਥੇ ਤੇਰਾ ਨਿਵਾਸ ਹੈ। ਪਰਮਾਤਮਾ ਨੇ ਤੇਰਾ ਸਰੀਰ ਬਣਾਇਆ। ਜਦੋਂ ਇਹੋ ਜਿਹੀ ਕੋਥਰੀ ਜਗ੍ਹਾ ਤੇ ਤੇਰਾ ਸਰੀਰ ਬਣਿਆ, ਤੂੰ ਆਪਣੇ ਆਪ ਨੂੰ ਸੁੱਚਾ ਕਿਵੇਂ ਕਹਿ ਸਕਦਾ? ਆਵੇਂ ਝੂਠੇ, ਜਦੋਂ ਦੁਨੀਆ ਤੇ ਆਇਆ ਹੈ, ਆਇਆ ਵੀ ਅਪਵਿੱਤਰ ਰਸਤੇ ਦੇ ਰਾਹੀਂ ਹੈ, ਤੇ ਇਸ ਕਰਕੇ ਤੂੰ ਝੂਠਾ ਹੈ। ਜਾਹੇ ਵੀ ਝੂਠੇ, ਤੇ ਜਦੋਂ ਇਸ ਦੁਨੀਆ ਤੋਂ ਜਾਣਾ ਹੈ ਤੇ ਉਦੋਂ ਵੀ ਖੋਟੇ ਕਰਮ ਕਰਕੇ, ਪਾਪ ਕਰਮ ਕਰਕੇ, ਮਾੜੇ ਕਰਮ ਕਰਕੇ, ਕਈ ਤਰ੍ਹਾਂ ਦੀਆਂ ਬਦਸੀਸਾਂ ਲੈ ਕੇ ਜਾਣਾ। ਮਰਨ ਵੇਲੇ ਵੀ ਤੂੰ ਅਪਵਿੱਤਰ ਹੈ, ਜਨਮ ਵੇਲੇ ਵੀ ਤੈਨੂੰ ਅਪਵਿੱਤਰ ਹੀ ਮੰਨਿਆ ਹੈ। ਸ਼ਾਸਤਰਾਂ ਵਿੱਚ ਲਿਖਿਆ ਹੈ, ਸੂਤਕ ਤੇ ਪਾਤਕ ਦਾ ਸਮਾਂ। ਜਿਸ ਘਰ ਬੱਚੇ ਦਾ ਜਨਮ ਹੋਵੇ, ਕਹਿੰਦੇ 40 ਦਿਨ ਉਸ ਘਰ ਵਿੱਚ ਸੂਤਕ ਹੈ, 40 ਦਿਨ ਉਸ ਘਰ ਵਿੱਚ ਝੂਠ ਹੈ। ਕੋਈ ਧਾਰਮਿਕ ਕਰਮ ਨਹੀਂ ਕਰ ਸਕਦਾ, 40 ਦਿਨ ਦਾ ਪਰਹੇਜ਼ ਕਰਨਾ ਪਵੇਗਾ। ਤੇ ਜਿਸ ਘਰ ਵਿੱਚ ਕੋਈ ਮਰ ਜਾਵੇ, ਕਹਿੰਦੇ ਇੱਥੇ ਪਾਤਕ ਹੈ, 40 ਦਿਨ ਦੀ ਝੂਠ ਇੱਥੇ ਹੈ, ਉੱਥੇ ਵੀ ਕੁਝ ਨਹੀਂ ਹੋ ਸਕਦਾ। ਇਹ ਝੂਠਕ ਤੇ ਪਾਤਕ ਦੋ ਮੰਨੇ ਨੇ। ਜਨਮ ਮਿਲੇ ਤੇ ਸੂਤਕ ਹੈ, ਮੌਤ ਮਿਲੇ ਤੇ ਪਾਤਕ ਹੈ। ਪਾਤਸ਼ਾਹ ਕਹਿਣ ਲੱਗੇ ਜਨਮ ਤੇ ਮਰਨ ਇਹ ਦੋਨੇ ਹੀ ਵਿਅਕਤੀ ਨੂੰ ਪ੍ਰਾਪਤ ਹੁੰਦੇ, ਤੇ ਪਾਤਸ਼ਾਹ ਕਹਿੰਦੇ ਦੋਨੇ ਹੀ ਅਪਵਿੱਤਰ ਹਨ। ਝੂਠੇ ਮਰੇ ਅਭਾਗੇ। ਅਭਾਗੇ ਕਹੀਏ ਜਿਹੜੇ ਖੋਟੇ ਭਾਗਾਂ ਵਾਲੇ, ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ, ਉਹ ਭਗ ਜੂਨੀ ਦੇ ਰਾਹੀਂ ਦੁਨੀਆ ਵਿੱਚ ਆਉਂਦੇ ਤੇ ਮਰ ਕੇ ਦੁਨੀਆ ਤੋਂ ਚਲੇ ਜਾਂਦੇ। ਅਭਾਗੇ ਨੇ, ਮਾੜੇ ਪੁਰਸ਼ਾਂ ਵਾਲੇ ਨੇ, ਮਾੜੇ ਕਰਮਾਂ ਵਾਲੇ ਨੇ ਭਾਈ। ਕਿਉਂਕਿ ਅਭਾਗੇ ਜਿਹੜੇ ਨੇ ਜਨਮ ਲੈ ਕੇ ਉਹੀ ਆਏ, ਤੇ ਦੁਨੀਆ ਦੇ ਧੰਦੇ ਕਰਕੇ ਤੇ ਮਰ ਕੇ ਉਹੀ ਚਲੇ ਗਏ। ਨਾਮ ਜਪਿਆ ਹੁੰਦਾ ਤੇ ਬਾਅਦ ਵਿੱਚ ਜਨਮ ਨਹੀਂ ਪ੍ਰਾਪਤ ਹੁੰਦੇ। ਇਸ ਕਰਕੇ ਇਹਨਾਂ ਨੂੰ ਅਭਾਗੇ ਮਹਾਰਾਜ ਨੇ ਖੋਟੇ ਭਾਗਾਂ ਵਾਲੇ ਪਵਿੱਤਰ ਆਖਿਆ ਹੈ। ਕਹੋ ਪੰਡਤ ਸੁਚਾ ਕਵਣ ਠਾਓ। ਪੰਡਤ ਜੀ ਇਹ ਦੱਸੋ ਵੀ ਜਗ੍ਹਾ ਸੁੱਚੀ ਕਿਹੜੀ ਹੈ? ਉਹ ਧਰਤੀ ਕਿਹੜੀ ਸੁੱਚੀ ਹੈ? ਇਲਾਕਾ ਕਿਹੜਾ ਸੁੱਚਾ? ਜਾਂ ਘਰ ਦੇ ਵਿੱਚ ਉਹ ਕਿਹੜਾ ਕੋਨਾ ਹੈ? ਕਿਹੜੀ ਜਗ੍ਹਾ ਜਿਸ ਨੂੰ ਤੁਸੀਂ ਸੁੱਚੀ ਆਖਦੇ ਹੋ? ਜਹਾਂ ਬੈਸ ਹੋ ਭੋਜਨ ਖਾਓ। ਜਿੱਥੇ ਬੈਠ ਕੇ ਭੋਜਨ ਛਕੀਏ, ਮੈਂ ਭੋਜਨ ਛਕਾਂ ਬਹਿ ਕੇ, ਉਹ ਜਗ੍ਹਾ ਦੱਸ ਦਿਓ ਵੀ ਸੁੱਚੀ ਕਿਹੜੀ ਹੈ, ਤੇ ਮੈਂ ਉੱਥੇ ਬੈਠ ਕੇ ਉਸ ਵੇਲੇ ਭੋਜਨ ਛਕਦਾ ਹਾਂ। ਪਰ ਮੇਰੀ ਨਿਗਾਹ ਦੇ ਵਿੱਚ ਇਹੋ ਜਿਹੀ ਕੋਈ ਜਗ੍ਹਾ ਹੈ ਨਹੀਂ ਹੈ ਵੀ ਜਿੱਥੇ ਬੈਠ ਕੇ ਅਸੀਂ ਭੋਜਨ ਛਕਣਾ ਕਰੀਏ। ਰਹਾਓ ਜੇਬਾ ਝੂਠੀ ਬੋਲਤ ਝੂਠਾ। ਪਾਤਸ਼ਾਹ ਕਹਿਣ ਲੱਗੇ ਜਿਹੜਾ ਭੋਜਨ ਜ਼ੁਬਾਨ ਦੇ ਉੱਪਰ ਰੱਖਣਾ ਹੈ ਸਵਾਦ ਲੈਣ ਵਾਸਤੇ, ਕਿਉਂਕਿ ਸਾਡੇ ਸਰੀਰ ਦੇ ਅੰਗਾਂ ਵਿੱਚੋਂ ਇੱਕ ਅੰਗ ਇਹੋ ਜਿਹਾ, ਜ਼ੁਬਾਨ ਦਾ ਅੰਗ ਇੱਕ ਇਹੋ ਜਿਹਾ ਹੈ ਕਿ ਜਿਹੜੀ ਵਸਤੂ ਇਹਦੇ ਉੱਪਰ ਰੱਖੋਗੇ ਇਹ ਦੱਸੇਗੀ ਵੀ ਇਹ ਖੱਟਾ ਹੈ ਕਿ ਮਿੱਠਾ ਹੈ ਕਿ ਸਵਾਦ ਹੈ। ਬਾਕੀ ਕੋਈ ਸਰੀਰ ਦਾ ਅੰਗ ਉਹਦੇ ਸਵਾਦ ਨੂੰ ਦੱਸ ਨਹੀਂ ਸਕਦਾ ਹੈ। ਪਾਤਸ਼ਾਹ ਕਹਿੰਦੇ ਭੋਜਨ ਛਕਣ ਵੇਲੇ ਜ਼ੁਬਾਨ ਦੇ ਉੱਪਰ ਜਿਹੜੀ ਚੀਜ਼ ਰੱਖਦਾ, ਜਿਹਨੇ ਤੈਨੂੰ ਸਵਾਦ ਦੱਸਣਾ ਹੈ, ਉਹ ਤੇਰੀ ਜ਼ੁਬਾਨ ਹੀ ਝੂਠੀ ਹੈ। ਹਰ ਵੇਲੇ ਥੁੱਕ ਦੇ ਨਾਲ ਉਹ ਭਰੀ ਰਹਿੰਦੀ ਹੈ। ਮੂੰਹ ਤੇ ਕਦੇ ਵੀ ਸੁੱਚਾ ਨਹੀਂ ਹੁੰਦਾ। ਆਪਾਂ ਇਹ ਗੱਲ ਕਹਿ ਦਿੰਦੇ ਮੈਂ ਸੁੱਚੇ ਮੂੰਹ ਆਹ ਕੰਮ ਕੀਤਾ ਹੈ, ਮੂੰਹ ਕਦੇ ਨਹੀਂ ਸੁੱਚਾ ਹੁੰਦਾ। ਹਰ ਵੇਲੇ ਲਾਰ ਥੁੱਕ ਮੂੰਹ ਵਿੱਚ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਜਿਹਵਾ ਝੂਠੀ, ਇਹ ਤੇਰੀ ਜ਼ੁਬਾਨ ਵੀ ਝੂਠੀ ਅਪਵਿੱਤਰ ਹੀ ਹੈ। ਕਿਉਂ? ਕਿਉਂਕਿ ਇਹਦੇ ਨਾਲ ਤੂੰ ਬੜੇ ਤਰ੍ਹਾਂ ਦੇ ਮਾੜੇ ਬਚਨ ਬੋਲਦਾ। ਕਿਸੇ ਨੂੰ ਗਾਲ ਦਿੱਤੀ, ਕਿਸੇ ਦੀ ਨਿੰਦਿਆ ਕੀਤੀ, ਕਿਸੇ ਦੀ ਚੁਗਲੀ ਕੀਤੀ, ਤੇ ਕਿਸੇ ਨੂੰ ਮਾੜੇ ਬਚਨ ਬੋਲੇ। ਇਸ ਕਰਕੇ ਜ਼ੁਬਾਨ ਨੂੰ ਅਪਵਿੱਤਰ ਹੀ ਮੰਨਿਆ ਹੈ। ਇਹ ਪਵਿੱਤਰ ਨਹੀਂ ਹੈ। ਪਵਿੱਤਰ ਉਦੋਂ ਹੁੰਦੀ ਹੈ ਜਦੋਂ ਕੋਈ ਬੰਦਾ ਸਿਮਰਨ ਕਰੇ, ਜਦੋਂ ਕੋਈ ਬਾਣੀ ਪੜ੍ਹੇ। ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖ ਨੇ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਜ਼ੁਬਾਨ ਸੁੱਚੀ ਰਹਿੰਦੀ ਹੈ। ਬਾਕੀ ਜਿਹੜੇ ਆਪਣੇ ਵਰਗੇ ਸੰਸਾਰੀ ਵਿਕਾਰੀ ਲੋਕ ਨੇ, ਇਹ ਕੋਈ ਨਿੰਦਿਆ ਕਰਦਾ, ਕੋਈ ਚੁਗਲੀ ਕਰਦਾ, ਕੋਈ ਝੂਠ ਬੋਲਦਾ, ਕਿਸੇ ਨੂੰ ਕੋਈ ਗਾਲਾਂ ਦਿੰਦਾ। ਇਸ ਕਰਕੇ ਕਹਿੰਦੇ ਜ਼ੁਬਾਨ ਵੀ ਝੂਠੀ ਹੈ ਜਿਹਦੇ ਉੱਪਰ ਭੋਜਨ ਰੱਖਣਾ ਤੇ ਜਿਹਨੇ ਸਵਾਦ ਲੈਣਾ ਹੈ। ਕਰਨ ਨੇਤਰ ਸਭ ਝੂਠੇ। ਜਿਹਬਾ ਝੂਠੀ ਬੋਲਤ ਝੂਠਾ, ਜਿਹੜੇ ਇਸ ਝੂਠੀ ਜ਼ੁਬਾਨ ਵਿੱਚੋਂ ਬਚਨ ਨਿਕਲਣੇ ਉਹ ਵੀ ਤੇ ਝੂਠੇ ਹੀ ਹੋਣਗੇ। ਕਿਉਂਕਿ ਜੇ ਜ਼ੁਬਾਨ ਝੂਠੀ ਹੈ ਤੇ ਜ਼ੁਬਾਨ ਦੇ ਵਿੱਚੋਂ ਨਿਕਲੀ ਹੋਈ ਗੱਲ, ਬਚਨ, ਮੂੰਹ ਜੋ ਵੀ ਆਪਾਂ ਕਹਿੰਦੇ ਬਚਨ ਵੀ ਭਾਈ ਝੂਠੇ ਨੇ। ਕਿਉਂਕਿ ਉਹ ਪਰਮਾਤਮਾ ਦੇ ਨਾਮ ਦੇ ਬਚਨ ਨਹੀਂ,
ਉਹ ਸੰਸਾਰੀ ਵਿਕਾਰੀ ਗੱਲਾਂ ਮੂੰਹ ਦੇ ਵਿੱਚੋਂ ਨਿਕਲਦੀਆਂ। ਇਸ ਕਰਕੇ ਭਾਈ ਇਹ ਜਿਹੜੇ ਕਹਿ ਲਈਏ ਵੀ ਬਚਨ ਮੂੰਹੋਂ ਨਿਕਲਦੇ ਵੀ ਝੂਠੇ ਹਨ। ਕਰਨ ਨੇਤਰ ਸਭ ਝੂਠੇ। ਗੁਰਮੁਖੋ ਕਰਨ ਜਿਹੜੇ ਕੰਨ ਨੇ, ਕੰਨ ਵੀ ਝੂਠੇ ਨੇ, ਕਿਉਂਕਿ ਕੰਨਾਂ ਦੇ ਨਾਲ ਹਰ ਵੇਲੇ ਨਿੰਦਿਆ ਸੁਣਦਾ ਪਿਆ, ਚੁਗਲੀ ਸੁਣਦਾ ਪਿਆ, ਪੁੱਛਦਾ ਪਿਆ ਫਲਾਣੀ ਥਾਂ ਤੇ ਕੀ ਹੋਇਆ ਮੈਨੂੰ ਦੱਸ, ਤੇ ਫਲਾਣੇ ਨੇ ਕੀ ਆਖਿਆ ਉਹ ਮੈਨੂੰ ਦੱਸ। ਇਸ ਕਰਕੇ ਕੰਨ ਵੀ ਝੂਠੇ ਹੀ ਨੇ ਭਾਈ, ਜੋ ਪਰਾਈਆਂ ਗੱਲਾਂ ਨੂੰ ਸੁਣਨ ਵਿੱਚ ਲੱਗੇ ਹੋਏ। ਪਾਤਸ਼ਾਹ ਕਹਿਣ ਲੱਗੇ ਕਿ ਗੁਰਬਾਣੀ ਦਾ ਬਚਨ ਹੈ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਜੇ ਜ਼ੁਬਾਨ ਨਾਲ ਨਾਮ ਜਪਦਾ ਫਿਰ ਜ਼ੁਬਾਨ ਸੁੱਚੀ ਹੈ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਜੇ ਕੰਨਾਂ ਨਾਲ ਬਾਣੀ ਸੁਣਦਾ ਪਿਆ ਤੇ ਕੰਨ ਸੁੱਚੇ ਹੋ ਗਏ, ਨੇਤਰਾਂ ਨਾਲ ਗੁਰੂ ਦਾ ਦਿਦਾਰਾ ਕੀਤਾ ਤੇ ਨੇਤਰ ਸੁੱਚੇ ਹੋ ਗਏ, ਸਫਲੇ ਹੋ ਗਏ। ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਥਿਆ ਦਰਗਹਿ ਪਾਈਐ। ਜਿਨ੍ਹਾਂ ਨੂੰ ਇਹ ਰੰਗ ਚੜ੍ਹੇਗਾ ਉਹ ਦਰਗਾਹ ਵਿੱਚ ਜਗ੍ਹਾ ਪਾ ਲੈਂਦੇ। ਰੋ ਵਿਚਾਰੇ ਆ। ਪਾਤਸ਼ਾਹ ਕਹਿੰਦੇ ਕਰਨ ਕਰਨ ਕਹੀਏ ਕੰਨ, ਕੰਨ ਵੀ ਤੇਰੇ ਝੂਠੇ ਹੀ ਨੇ, ਕਿਉਂਕਿ ਬਾਣੀ ਨਹੀਂ ਸੁਣੀ, ਇਹਨਾਂ ਨਾਲ ਵੀ ਨਿੰਦਿਆ ਹੀ ਸੁਣਦਾ ਪਿਆ ਹੈ। ਕਰਨ ਨੇਤਰ ਸਭ ਝੂਠੇ। ਇਹ ਜਿਹੜੇ ਤੇਰੇ ਨੇਤਰ ਨੇ, ਅੱਖਾਂ, ਅੱਖਾਂ ਦੇ ਨਾਲ ਪਰਾਇਆ ਰੂਪ ਵੇਖਦਾ ਰਹਿੰਦਾ ਹਰ ਵੇਲੇ, ਪਰਾਏ ਰੰਗ ਵੇਖਦਾ ਰਹਿੰਦਾ ਹੈ, ਪਰਾਏ ਦਾ ਧਨ ਵੇਖਦਾ ਰਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ ਇਸ ਕਰਕੇ ਤੇਰੇ ਨੇਤਰ ਵੀ ਝੂਠੇ ਨੇ। ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸੇ। ਇਹ ਬਾਣੀ ਦਾ ਬਚਨ ਭਾਈ ਗੁਰਦਾਸ ਜੀ ਕਹਿੰਦੇ ਵੀ ਅੱਖਾਂ ਨੂੰ ਰੱਜ ਨਹੀਂ ਆਇਆ, ਪਰ ਇਹ ਹਰ ਵੇਲੇ ਪਰਾਏ ਨੂੰ, ਦੂਜੇ ਨੂੰ, ਰੂਪ ਨੂੰ ਵੇਖਦੀਆਂ ਰਹਿੰਦੀਆਂ, ਦੂਜੇ ਦੇ ਧਨ ਨੂੰ ਵੇਖਦੀਆਂ ਰਹਿੰਦੀਆਂ। ਪਰ ਨਿੰਦਾ ਪਰ ਦਾਰਾ ਪਰ ਹਰੀ, ਤਾਂ ਕੇ ਨਿਕਟ ਬਸੈ ਨਰ ਹਰੀ। ਨਾਮਦੇਵ ਜੀ ਕਹਿਣ ਲੱਗੇ ਜਿਸ ਵਿਅਕਤੀ ਨੇ ਪਰਾਏ ਦੀ ਨਿੰਦਿਆ ਛੱਡ ਦਿੱਤੀ ਹੈ ਤੇ ਜਿਸ ਨੇ ਪਰਾਏ ਰੂਪ ਵੇਖਣੇ ਛੱਡ ਦਿੱਤੇ, ਉਹਦੇ ਨੇੜੇ ਸਮਝ ਲਓ ਵੀ ਰੱਬ ਹੀ ਵਸਦਾ, ਉਹ ਰੱਬ ਦੀ ਪ੍ਰਾਪਤੀ ਵਾਲਾ ਹੈ। ਐਸੀ ਅਵਸਥਾ ਮਹਾਰਾਜ ਬਖਸ਼ ਦੇ। ਰੋ ਵਿਚਾਰ ਕਹਿੰਦੇ ਭਾਈ ਤੇਰੇ ਨੇਤਰ ਵੀ ਝੂਠੇ ਹੀ ਨੇ, ਅਪਵਿੱਤਰ ਹੀ ਨੇ। ਇਹ ਪਵਿੱਤਰ ਕੋਈ ਨਹੀਂ, ਕਿਉਂਕਿ ਇਹਨਾਂ ਨੇ ਗੁਰੂ ਦਾ ਦਿਦਾਰਾ ਤੇ ਕੀਤਾ ਨਹੀਂ। ਇਹ ਤੇ ਹਰ ਵੇਲੇ ਦੂਜੇ ਲੋਕਾਂ ਨੂੰ ਵੇਖਦੇ ਰਹੇ। ਪਰ ਜਿਨ੍ਹਾਂ ਨੇ ਨੇਤਰਾਂ ਨੂੰ ਸਮਝਾ ਲਿਆ, ਉਹਨਾਂ ਨੇ ਆਖਿਆ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਹਨਾਂ ਨੇ ਬਚਨ ਸਮਝਾਏ ਹਨ। ਇੰਦਰੀ ਕੀ ਝੂਠ ਉਤਰਸ ਨਾਹੀ। ਇਹ ਜਿਹੜੇ ਸਾਡੇ ਸਰੀਰ ਦੇ ਅੰਗ ਨੇ ਨਾ, ਇਹਨਾਂ ਦੀ ਕਦੇ ਝੂਠ ਲੈਂਦੀ ਨਹੀਂ। ਜੇ ਕੋਈ ਬੰਦਾ ਆਖੇ ਮੇਰੀਆਂ ਅੱਖਾਂ ਬੜੀਆਂ ਸੁੱਚੀਆਂ, ਅੱਖਾਂ ਵਿੱਚ ਗਿੱਡ ਆਉਂਦੀ ਪਈ ਹੈ, ਕੰਨ ਸੁੱਚੇ, ਉਹਦੇ ਵਿੱਚ ਮੈਲ ਆਉਂਦੀ ਪਈ ਹੈ, ਨੱਕ ਸੁੱਚਾ, ਉਹਦੇ ਵਿੱਚ ਰੇਸ਼ਾ ਬਲਗਮ ਆਉਂਦਾ, ਜ਼ੁਬਾਨ ਮੂੰਹ ਸੁੱਚਾ, ਉਹਦੇ ਵਿੱਚ ਥੁੱਕ ਆਉਂਦੀ ਹੈ। ਐਸੇ ਤਰ੍ਹਾਂ ਮੇਰਾ ਸਰੀਰ ਸੁੱਚਾ, ਉਹਦੇ 'ਚ ਪਸੀਨਾ ਆਉਂਦਾ ਪਿਆ, ਮਲ ਮੂਤਰ ਦੀ ਕਿਰਿਆ ਕਰਦਾ ਪਿਆ। ਪਾਤਸ਼ਾਹ ਕਹਿੰਦੇ ਸਰੀਰ ਦੇ ਅੰਗਾਂ ਦੀ ਝੂਠ ਲੈ ਹੀ ਨਹੀਂ ਸਕਦੀ, ਇਹ ਅਪਵਿੱਤਰ ਹੀ ਰਹਿੰਦਾ। ਸਰੀਰ ਹਰ ਵੇਲੇ ਮੰਡੀਲ ਰਹਿੰਦਾ ਹੈ। ਫਿਰ ਬਖਸ਼ਦੇ ਹਨ। ਇੰਦਰੀ ਕੀ ਝੂਠ ਉਤਰਸ ਨਾਹੀ। ਪਾਤਸ਼ਾਹ ਕਹਿਣ ਲੱਗੇ ਜਿਸ ਵੇਲੇ ਪਿਸ਼ਾਬ ਦੀ ਕਿਰਿਆ ਕਰਦਾ ਹੈ, ਜਾਂ ਇਸੇ ਤਰ੍ਹਾਂ ਕਿ ਤੂੰ ਲੈਟਰਨ ਦੀ ਕਿਰਿਆ ਕਰਦਾ ਹੈ, ਇਹ ਝੂਠ ਤੇ ਕਦੇ ਵੀ ਲੈਂਦੀ ਨਹੀਂ। ਆਪਣੇ ਆਪ ਨੂੰ ਜਿੰਨਾ ਮਰਜ਼ੀ ਧੋਤੀ ਚੱਲ, ਜਿੰਨਾ ਮਰਜ਼ੀ ਉਜੂ ਪਾਕ ਕਰੀ ਚੱਲ। ਇਹ ਜਿਹੜੇ ਮੁਸਲਮਾਨ ਲੋਕ ਨੇ ਨਮਾਜ਼ ਪੜ੍ਹਨ ਵੇਲੇ ਲੋਟਾ ਹੱਥ ਵਿੱਚ ਪਾਣੀ ਦਾ ਫੜ ਕੇ ਤੇ ਇੱਕ ਹੱਥ ਦੇ ਨਾਲ ਇੰਦਰੀ ਧੋਣ ਲੱਗ ਪੈਂਦੇ, ਇੱਕ ਹੱਥ ਦੇ ਨਾਲ ਆਪਣਾ ਹੱਥ ਧੋ ਲੈਂਦੇ। ਕਹਿਣ ਲੱਗੇ ਵੀ ਇਹ ਸੁੱਚਾ ਇੱਕ ਹੱਥ ਨੂੰ ਹੀ ਮਾਂਜ ਲਓ, ਸੁੱਚਾ ਹੋ ਗਿਆ। ਜੇ ਕਿਸੇ ਨੇ ਪੁੱਛਿਆ ਵੀ ਤੂੰ ਉਸੇ ਧਾਰ ਦੇ ਨਾਲ ਹੀ ਇੰਦਰੀ ਨੂੰ ਸਾਫ਼ ਕੀਤਾ, ਪਾਣੀ ਪਾ ਕੇ ਉਸੇ ਦੇ ਨਾਲ ਹੱਥ ਨੂੰ ਸਾਫ਼ ਕੀਤਾ, ਕਹਿਣ ਲੱਗਾ ਉਹ ਤੇ ਧਾਰ ਬੰਨ੍ਹ ਕੇ ਪਾਣੀ ਆਇਆ, ਲੋਟਾ ਥੋੜ੍ਹੀ ਝੂਠਾ ਹੋ ਗਿਆ। ਲੋਟੇ ਦੇ ਵਿੱਚੋਂ ਧਾਰ ਬੰਨ੍ਹ ਕੇ ਪਾਣੀ ਡਿੱਗਿਆ ਤੇ ਮੈਂ ਕੀਤਾ, ਤੇ ਧਾਰ ਬੰਨ੍ਹ ਕੇ ਤੇ ਫਿਰ ਬਾਥਰੂਮ ਵੀ ਕਰਦਾ, ਫਿਰ ਉਹ ਵੀ ਤੇਰਾ ਝੂਠਾ ਕਿਵੇਂ ਹੋ ਗਿਆ। ਇਸ ਤਰ੍ਹਾਂ ਦੀਆਂ ਵਿਚਾਰਾਂ ਲੋਕ ਦੇ ਕੇ ਆਪਣੇ ਆਪ ਨੂੰ ਸਾਫ਼ ਕਰ ਲੈਂਦੇ ਵੀ ਮੈਂ ਠੀਕ ਹਾਂ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਭਾਈ, ਇਹ ਜਿਹੜੀ ਇੰਦਰੀ ਹੈ ਨਾ, ਜਦੋਂ ਪਿਸ਼ਾਬ ਦੀ ਕਿਰਿਆ ਕਰਦਾ ਹੈ, ਇਹ ਵੀ ਝੂਠੀ ਮੰਨੀ ਜਾਂਦੀ ਹੈ, ਇਹਦੀ ਝੂਠ ਕਦੇ ਲੈਂਦੀ ਨਹੀਂ ਹੈ। ਐਸੇ ਤਰ੍ਹਾਂ ਤੂੰ ਸਰੀਰ ਦੀ ਕਿਰਿਆ ਕਰਦਾ ਹੈ, ਮਲ ਮੂਤਰ ਤਿਆਗਦਾ, ਇਹਨਾਂ ਇੰਦਰੀਆਂ ਨੂੰ ਕੋਈ ਸੁੱਚਾ ਨਹੀਂ ਕਰ ਸਕਦਾ, ਇਹ ਹਮੇਸ਼ਾ ਝੂਠੇ ਹੀ ਰਹਿੰਦੇ ਹਨ। ਬ੍ਰਹਮ ਅਗਨ ਕੇ ਲੁਠੇ। ਪਰ ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਹੈ ਕਿ ਮੈਂ ਬ੍ਰਾਹਮਣ ਹਾਂ। ਬ੍ਰਾਹਮਣ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਬ੍ਰਾਹਮਣ ਹਾਂ। ਪਾਤਸ਼ਾਹ ਕਹਿੰਦੇ ਐਸੇ ਹੰਕਾਰ ਵਿੱਚ ਹੀ ਫਸੇ ਹੋਏ ਹੋ ਕਿ ਮੇਰੀ ਜਾਤ ਬੜੀ ਉੱਚੀ, ਮੈਂ ਬਰਮਾ ਦਾ ਪੁੱਤਰ ਹਾਂ।
ਇਸ ਤਰ੍ਹਾਂ ਕਹਿਣ ਦੇ ਨਾਲ ਪਰਮਾਤਮਾ ਥੋੜੀ ਮਿਲ ਜਾਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਬ੍ਰਹਮ ਅਗਨ ਕੇ ਲੂਠੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਮੈਂ ਬ੍ਰਾਹਮਣ ਜਾਤੀ ਦੇ ਵਿੱਚ ਹਾਂ, ਇਹ ਹੰਕਾਰ ਰੂਪੀ ਅੱਗ ਦੇ ਲੂਠੇ ਕਹੀਏ ਸੜੇ ਹੋਏ। ਗ੍ਰੰਥਾਂ ਵਿੱਚ ਇਹ ਲਿਖਿਆ ਹੈ ਕਿ ਬ੍ਰਾਹਮਣ ਭਾਵੇਂ ਅਨਪੜ੍ਹ ਵੀ ਹੋਵੇ ਨਾ ਤੇ ਤਾਂ ਵੀ ਉਹਨੂੰ ਮੱਥਾ ਟੇਕੋ। ਚਲੋ ਪੜ੍ਹੇ ਨੂੰ ਮੱਥਾ ਟੇਕਣਾ ਤੇ ਫਿਰ ਵੀ ਕੋਈ ਤੁਕ ਬਣ ਜਾਂਦੀ ਹੈ ਵੀ ਇਹਨੇ ਗ੍ਰੰਥ ਪੜ੍ਹਿਆ, ਇਹ ਦੁਨੀਆ ਨੂੰ ਕੋਈ ਗਿਆਨ ਸੋਝੀ ਦੇਵੇਗਾ, ਚਲੋ ਉਹਨੂੰ ਨਮਸਕਾਰ ਕਰਨੀ ਤੇ ਫਿਰ ਵੀ ਕੋਈ ਬਣਦੀ ਹੈ। ਪਰ ਇਹ ਵੀ ਲਿਖਿਆ ਹੋਇਆ, ਕਹਿਣ ਲੱਗੇ ਭਾਵੇਂ ਉਹ ਅਨਪੜ੍ਹ ਵੀ ਹੋਵੇ ਤੇ ਉਹਨੂੰ ਮੱਥਾ ਟੇਕ ਦੇ। ਅਨਪੜ੍ਹ ਨੂੰ ਕਾਹਦਾ ਮੱਥਾ ਟੇਕਣਾ ਭਾਈ, ਜਿਹਨੂੰ ਆਪ ਨੂੰ ਕੋਈ ਗਿਆਨ ਨਹੀਂ ਗ੍ਰੰਥ ਦਾ, ਉਹਨੂੰ ਕਾਹਦੀ ਨਮਸਕਾਰ ਕਰਨੀ ਹੈ। ਗ੍ਰੰਥਾਂ ਦੇ ਵਿੱਚ 8 ਤਰ੍ਹਾਂ ਦਾ ਬ੍ਰਾਹਮਣ ਲਿਖਿਆ ਹੈ। ਕਿਸੇ ਨੂੰ ਲਿਖਿਆ ਵੀ ਇਹ ਬਿੱਲਾ ਬ੍ਰਾਹਮਣ, ਕਿਸੇ ਨੂੰ ਲਿਖਿਆ ਗਿੱਦੜ ਬ੍ਰਾਹਮਣ। ਉਹਨਾਂ ਦੀਆਂ ਅੱਗੇ ਫਿਰ ਗੁਣ ਲਿਖੇ ਨੇ ਵੀ ਇਹ ਗੁਣ ਕਿਹੜੇ ਕਿਹੜੇ ਹੁੰਦੇ ਇਹਨਾਂ ਦੇ ਵਿੱਚ। ਰੋਹ ਵਿਚਾਰੇ ਆ। ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਤੇ ਜਾਤੀ ਦੀ ਹੰਕਾਰ ਰੂਪੀ ਅੱਗ ਦੇ ਵਿੱਚ ਸੜੇ ਹੋਏ, ਵੀ ਸਾਡੇ ਲਾਗੇ ਨਾ ਕੋਈ ਬੈਠੇ, ਸਾਡੇ ਬਰਾਬਰ ਨਾ ਕੋਈ ਬੈਠੇ, ਇਸ ਹੰਕਾਰ ਵਿੱਚ ਸੜੇ ਹੋਏ ਹੋ। ਅਗਨ ਪੀਚ ਝੂਠੀ ਪਾਣੀ ਝੂਠਾ। ਉਸ ਵੇਲੇ ਕਿਸੇ ਨੇ ਆ ਕੇ ਆਖਿਆ ਵੀ ਕਬੀਰ ਸਾਹਿਬ ਜੀ ਸਾਰਾ ਕੁਝ ਹੀ ਝੂਠਾ। ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ, ਅੱਗ ਵੀ ਅਪਵਿੱਤਰ ਹੀ ਮੰਨੀ ਜਾਂਦੀ ਹੈ। ਕਹਿੰਦੇ ਅੱਗ ਦੇ ਵਿੱਚ ਤੇ ਹਵਨ ਕੀਤਾ ਜਾਂਦਾ, ਸਮੱਗਰੀਆਂ ਪਾਈਆਂ ਜਾਂਦੀਆਂ, ਮੰਤਰ ਪੜ੍ਹੇ ਜਾਂਦੇ। ਅੱਗ ਨੂੰ ਤੇ ਲੋਕ ਪਵਿੱਤਰ ਮੰਨਦੇ, ਨਮਸਕਾਰ ਕਰਦੇ, ਤੁਸੀਂ ਅੱਗ ਨੂੰ ਵੀ ਅਪਵਿੱਤਰ ਕਹਿੰਦੇ ਪਏ। ਕਬੀਰ ਸਾਹਿਬ ਜੀ ਕਹਿੰਦੇ ਭਾਈ ਅੱਗ ਦੇ ਵਿੱਚ ਨਾ ਕਈ ਤਰ੍ਹਾਂ ਦੇ ਕੀੜੇ ਵਿਚਾਰੇ ਸੜਦੇ। ਗੋਹਾ ਅਤੇ ਲੱਕੜੀ ਅੰਦਰ ਕੀੜਾ, ਗੁਰਬਾਣੀ ਦਾ ਬਚਨ ਹੈ। ਸੁੱਕੇ ਗੋਹੇ ਵਿੱਚ ਕੀੜੇ ਆਪਣਾ ਘਰ ਬਣਾ ਲੈਂਦੇ, ਲੱਕੜਾਂ ਦੇ ਵਿੱਚ ਸਿਉਂਕ ਦੇ ਨਿੱਕੇ ਨਿੱਕੇ ਕੀੜੇ ਪੈ ਜਾਂਦੇ। ਜਦੋਂ ਲੱਕੜ ਸੜਦੀ ਉਹ ਵਿਚਾਰੇ ਕੀੜੇ ਵਿੱਚ ਹੀ ਸੜ ਜਾਂਦੇ। ਇਸ ਕਰਕੇ ਅੱਗ ਨੂੰ ਵੀ ਝੂਠਾ ਹੀ ਮੰਨਿਆ। ਕਹਿਣ ਲੱਗੇ ਅਗਨ ਵੀ ਝੂਠੀ, ਅੱਗ ਵੀ ਅਪਵਿੱਤਰ ਹੈ, ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੇ ਕੀੜੇ ਮਰ ਗਏ ਅਤੇ ਉਹਨਾਂ ਦਾ ਸੰਸਕਾਰ ਵਿੱਚ ਹੀ ਹੋ ਗਿਆ ਕੀੜਿਆਂ ਦਾ। ਇਸ ਕਰਕੇ ਅਗਨੀ ਨੂੰ ਅਪਵਿੱਤਰ ਹੀ ਮੰਨਿਆ ਹੈ। ਅਗਨ ਵੀ ਝੂਠੀ ਪਾਣੀ ਝੂਠਾ। ਐਸੇ ਤਰ੍ਹਾਂ ਜਿਹੜਾ ਪਾਣੀ ਹੈ ਜਿਹਦੇ ਨਾਲ ਆਪਾਂ ਇਸ਼ਨਾਨ ਕਰਕੇ ਆਖਦੇ ਮੈਂ ਤੇ ਸੁੱਚਾ ਹੋ ਗਿਆ, ਮੈਂ ਤੇ ਸੁੱਚਾ ਪਾਣੀ ਪੀ ਗਿਆ, ਪਾਣੀ ਨੂੰ ਸੁੱਚਾ ਮੰਨਿਆ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਪਾਣੀ ਵਿੱਚ ਰੋਜ਼ ਪਤਾ ਨਹੀਂ ਕਿੰਨੇ ਕੁ ਜੀਵ ਜਨਮ ਲੈਂਦੇ ਨੇ। ਗੁਰਬਾਣੀ ਦਾ ਬਚਨ ਹੈ 42 ਲੱਖ ਜੀ ਜਲਮੈ ਹੋਤੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ 42 ਲੱਖ ਜੂਨਾਂ ਕੱਲੀਆਂ ਪਾਣੀ ਵਿੱਚ ਹੀ ਨਿਵਾਸ ਕਰਦੀਆਂ। ਉਹਨਾਂ ਜੂਨਾਂ ਦਾ ਜਨਮ ਵੀ ਉਹਦੇ ਵਿੱਚ ਹੀ ਹੁੰਦਾ। ਹੁਣ ਮੱਛੀ ਵਿੱਚ ਹੀ ਜਨਮ ਦਿੰਦੀ ਹੈ ਨਾ ਪਾਣੀ। ਇਸ ਕਰਕੇ ਜਨਮ ਦੇਣ ਵੇਲੇ ਉਹ ਜੀਵ ਪਾਣੀ ਦੇ ਵਿੱਚ ਹੈ, ਉਹਦੇ ਵਿੱਚ ਹੀ ਉਹ ਜੀਵ ਮਰ ਵੀ ਜਾਂਦੇ ਆਪਣੀ ਉਮਰਾਂ ਭੋਗ ਕੇ। ਉਹ ਜਿਹੜੇ ਜੀਵ ਨੇ ਪਾਣੀ ਦੇ ਵਿੱਚ ਹੀ ਖਾਂਦੇ ਨੇ ਤੇ ਪਾਣੀ ਦੇ ਵਿੱਚ ਹੀ ਆਪਣੀ ਕਿਰਿਆ ਕਰਦੇ। ਬਾਹਰ ਥੋੜ੍ਹੀ ਆਉਂਦੀਆਂ ਮੱਛੀਆਂ ਜਾਂ ਹੋਰ ਜਿਹੜੇ ਪਾਣੀ ਦੇ ਜਾਨਵਰ ਨੇ ਵੀ ਅਸੀਂ ਹੁਣ ਪਿਸ਼ਾਬ ਕਰਨਾ ਤੇ ਪਾਣੀ ਤੋਂ ਬਾਹਰ ਨਿਕਲ ਕੇ ਜਾ ਕੇ ਕਰੀਏ, ਜਾਂ ਆਪਣੇ ਸਰੀਰ ਵਿੱਚੋਂ ਅਸੀਂ ਮਲ ਮੂਤਰ ਤਿਆਗਣਾ ਹੈ ਤੇ ਬਾਹਰ ਜਾਈਏ, ਨਹੀਂ ਵਿੱਚ ਹੀ ਪਾਣੀ ਦੇ ਸਭ ਕੁਝ ਕੀਤਾ ਜਾਂਦਾ। ਪਾਤਸ਼ਾਹ ਕਹਿੰਦੇ ਪਾਣੀ ਵੀ ਅਪਵਿੱਤਰ ਹੈ, ਉਹਦੇ ਵਿੱਚ ਜੀਵ ਜਨਮ ਵੀ ਲੈਂਦੇ ਨੇ, ਮਰਦੇ ਵੀ ਨੇ ਤੇ ਉਹਦੇ ਵਿੱਚ ਹੀ ਆਪਣੇ ਸਰੀਰ ਦੀ ਕਿਰਿਆ ਵੀ ਕਰਦੇ। ਇਸ ਕਰਕੇ ਪਾਣੀ ਨੂੰ ਵੀ ਅਪਵਿੱਤਰ ਹੀ ਮੰਨਿਆ ਹੈ। ਝੂਠਾ ਬੈਸ ਪਕਾਇਆ। ਤੇ ਜਿਹੜਾ ਬੈਠ ਕੇ ਪਕਾਉਣ ਲੱਗ ਪਿਆ ਨਾ ਭੋਜਨ, ਵੀ ਮੈਂ ਪਕਾਉਂਦਾ, ਮੈਂ ਬੜਾ ਉੱਚਾ ਸੁੱਚਾ, ਪਾਤਸ਼ਾਹ ਕਹਿੰਦੇ ਪਕਾਉਣ ਵਾਲਾ ਵੀ ਝੂਠਾ ਹੀ ਹੈ। ਇਹ ਮਤਾਂ ਤੇਰੇ ਮਨ ਵਿੱਚ ਭਰਮ ਰਵੇ ਜਿਹਨੇ ਪਕਾ ਕੇ ਲਿਆਂਦਾ ਵੀ ਇਹ ਬੜਾ ਸੁੱਚਾ। ਪਕਾਉਣ ਵਾਲਾ ਵੀ ਤੇ ਸਾਡੇ ਵਰਗਾ ਹੀ ਹੈ ਨਾ, ਪਸੀਨਾ ਤੇ ਉਹਨੂੰ ਵੀ ਆਵੇਗਾ ਨਾ। ਸਾਰੀ ਕਿਰਿਆ ਜਿਹੜੀ ਸਾਡੀ ਹੈ ਉਹੀ ਕਿਰਿਆ ਉਹ ਬਣਾਉਣ ਵਾਲਾ ਪਕਾਉਣ ਵਾਲਾ ਕਰਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਪਕਾਉਣ ਵਾਲਾ ਹੈ ਨਾ ਪ੍ਰਸ਼ਾਦਾ ਭੋਜਨ, ਉਹ ਵੀ ਝੂਠਾ ਹੀ ਹੈ। ਸੋ ਪਾਤਸ਼ਾਹ ਕਹਿਣ ਲੱਗੇ ਜਿਵੇਂ ਮੰਨ ਲਓ ਧਾਰਮਿਕ ਗ੍ਰੰਥਾਂ ਵਿੱਚ ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਜਿਹੜੀ ਔਰਤ ਹੈ, ਇਸਤਰੀ ਜਨਾਨੀ ਜਾਂ ਕਹੀਓ ਮਾਂ ਹੈ ਭਾਵੇਂ ਉਹ ਭੈਣ ਹੈ, ਉਸ ਨੂੰ ਅਪਵਿੱਤਰ ਲਿਖਿਆ। ਜਿਉਂ ਜੋਰੂ ਸਿਰ ਨਾਵਨੀ ਆਵੈ ਵਾਰੋ ਵਾਰ, ਝੂਠਾ ਝੂਠਾ ਮੁਖ ਹੋਏ ਨਿਤ ਨਿਤ ਹੋਏ, ਇਹ ਬਚਨ ਲਿਖੇ। ਜਾਂ ਜਦੋਂ ਬੱਚਾ ਝੋਲੀ ਵਿੱਚ ਲੰਮੇ ਪਿਆ ਦੁੱਧ ਪੀਂਦਾ ਹੈ, ਮਾਂ ਭਾਵੇਂ ਪ੍ਰਸ਼ਾਦਾ ਛਕਦੀ ਪਈ ਹੈ, ਉਹ ਝੋਲੀ ਦੇ ਵਿੱਚ ਹੀ ਗੋਦੀ ਦੇ ਵਿੱਚ ਹੀ ਕਿਰਿਆ ਕਰ ਦਿੰਦਾ, ਭਾਵੇਂ ਉਹ ਕਿਸੇ ਤਰ੍ਹਾਂ ਦੀ ਮਲ ਮੂਤਰ ਦੀ ਹੋਵੇ ਵੇਖਦਾ ਨਹੀਂ ਹੈ। ਮਾਤਾ ਦੇ ਕੱਪੜੇ ਝੂਠੇ ਹੋ ਜਾਂਦੇ। ਸੋ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੀ ਬਣਾਉਣ ਵਾਲੀ ਹੈ ਨਾ ਪ੍ਰਸ਼ਾਦਾ ਭੋਜਨ ਘਰ ਦੇ ਵਿੱਚ ਇਸਤਰੀ, ਉਸ ਦਾ ਤਨ ਵੀ ਅਪਵਿੱਤਰ ਹੀ ਜਾਣਿਆ ਜਾਂਦਾ ਹੈ। ਬਖਸ਼ਿਸ਼ ਕਰਦੇ ਹਨ। ਝੂਠੀ ਬੈਸ ਪਕਾਇਆ। ਉਸ ਵੇਲੇ ਪੁੱਛਿਆ ਪੰਡਤ ਜੀ ਨੂੰ, ਕਹਿਣ ਲੱਗੇ ਕਹੋ ਪੰਡਤ ਸੂਚਾ ਕਵਣ ਥਾਓ, ਕਿਹੜੀ ਜਗ੍ਹਾ ਕਿੱਥੇ ਭੋਜਨ ਛਕਾਂ। ਤੇ ਪੰਡਤ ਨੇ ਚੌਂਕੇ ਵੱਲ ਇਸ਼ਾਰਾ ਕੀਤਾ ਵੀ ਉਹ ਚੌਂਕੇ 'ਚ ਬੈਠ ਕੇ ਛਕਣਾ ਚਾਹੀਦਾ। ਤੇ ਕਬੀਰ ਸਾਹਿਬ ਜੀ ਕਹਿੰਦੇ ਜਿਸ ਚੌਂਕੇ ਵਿੱਚ ਬੈਠ ਕੇ ਜਿਹਨੇ ਬਣਾਇਆ
ਉਹ ਬਣਾਉਣ ਵਾਲੀ ਵੀ ਤੇ ਅਪਵਿੱਤਰ ਹੀ ਹੈ ਨਾ, ਤੇ ਫਿਰ ਉਹਦਾ ਭੋਜਨ ਬਣਾਇਆ ਸੁੱਚਾ ਕਿਵੇਂ ਹੋ ਸਕਦਾ ਹੈ। ਝੂਠੀ ਕੜਛੀ ਪਰੋਸਣ ਲੱਗਾ। ਜਿਹੜੀ ਕੜਛੀ ਦੇ ਨਾਲ ਬਣਿਆ, ਕੜਛੀ ਝੂਠੀ ਹੈ, 8 ਧਾਤਾਂ ਹੁੰਦੀਆਂ ਕੜਛੀ ਜੇ ਬਣਦੀ ਹੈ 8 ਧਾਤਾਂ ਤੋਂ ਬਣਾਈ ਜਾ ਸਕਦੀ ਹੈ। ਕੋਈ ਪਿੱਤਲ ਦੀ ਬਣਾ ਲੈਂਦਾ, ਕੋਈ ਤਾਂਬੇ ਦੀ ਬਣਾਉਂਦਾ, ਕੋਈ ਜਿਸਤ ਦੀ ਬਣਾਉਂਦਾ। ਅੱਜ ਕੱਲ੍ਹ ਬਹੁਤੀਆਂ ਸਟੀਲ ਦੀਆਂ ਚੱਲਦੀਆਂ ਪਈਆਂ, ਕੋਈ ਲੋਹੇ ਦੀ ਵੀ ਬਣਾ ਲੈਂਦਾ, ਤੇ ਕੁਝ ਲੋਕ ਲੱਕੜ ਦੀ ਕੜਛੀ ਵੀ ਵਰਤਦੇ ਨੇ ਆਮ ਘਰਾਂ ਦੇ ਵਿੱਚ। ਪਾਤਸ਼ਾਹ ਕਹਿੰਦੇ ਕਿ 8 ਧਾਤਾਂ ਤੋਂ ਕੜਛੀ ਬਣਦੀ ਹੈ, ਵੱਖਰੇ ਵੱਖਰੇ ਲੋਕ ਵਰਤਦੇ ਨੇ, ਪਰ ਉਹ 8 ਧਾਤਾਂ ਵੀ ਤੇ ਝੂਠੀਆਂ ਹੀ ਨੇ ਨਾ, ਉਹਨਾਂ ਵਿੱਚ ਵੀ ਝੂਠ ਹੈ। ਉਹਨਾਂ ਧਾਤਾਂ ਤੋਂ ਅੱਗੇ ਕੜਛੀ ਬਣੀ ਹੈ, ਤੇ ਕੜਛੀ ਵੀ ਫਿਰ ਝੂਠੀ ਹੋਈ, ਉਹਨੂੰ ਸੁੱਚਾ ਕਿਵੇਂ ਕਹਿ ਸਕਦੇ। ਝੂਠੀ ਕੜਛੀ ਤੇ ਪਰੋਸਣ ਲੱਗਾ। ਉਹ ਕੜਛੀ ਭਰ ਭਰ ਕੇ ਕੌਲੀਆਂ ਭਰੀਆਂ ਅੱਗੇ ਲੋਕਾਂ ਨੂੰ ਵੰਡਿਆ। ਕਹਿਣ ਲੱਗੇ ਜਿਹੜੀ ਕੜਛੀ ਨਾਲ ਵੰਡਦਾ ਪਿਆ ਰਿਹਾ, ਉਹ ਕੜਛੀ ਵੀ ਤੇਰੀ ਧਾਤਾਂ ਤੋਂ ਹੀ ਬਣੀ ਹੈ, ਕੋਈ ਲੱਕੜ ਤੋਂ ਬਣੀ ਹੈ, ਕੋਈ ਲੋਹੇ ਤੋਂ ਬਣੀ ਹੈ, ਕੋਈ ਤਾਂਬੇ ਤੋਂ, ਕੋਈ ਇਸੇ ਤਰ੍ਹਾਂ ਚਾਂਦੀ ਦੀ ਵੀ ਵਰਤਦੇ ਲੋਕ। ਇਹ ਜਿੰਨੀਆਂ ਧਾਤਾਂ ਤੋਂ ਬਣੀਆਂ ਕੜਛੀਆਂ ਕਹਿੰਦੇ ਸਾਰੀਆਂ ਝੂਠੀਆਂ ਹੀ, ਇਸ ਨੂੰ ਮੰਨਣਾ ਚਾਹੀਦਾ ਹੈ। ਝੂਠੇ ਹੀ ਬੈਠ ਖਾਇਆ। ਤੇ ਜਿਸ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਹੈ, ਉਹ ਜਿਹੜੇ ਖਾਣ ਵਾਲੇ ਬੰਦੇ ਨੇ ਉਹ ਵੀ ਕਿਹੜਾ ਸਵਾਸ ਨਾਮ ਜਪਣ ਵਾਲੇ, ਖਾਣ ਵਾਲੇ ਵੀ ਤੇ ਆਪਾਂ ਹੀ ਹੈ ਨਾ। ਆਪਣੇ ਸਾਰੇ ਘਰਾਂ 'ਚ ਭੋਜਨ ਪ੍ਰਸ਼ਾਦਾ ਬਣਦਾ ਹੀ ਹੈ ਨਾ। ਕਦੇ ਭਾਵੇਂ ਸਤਨਾਮ ਵਾਹਿਗੁਰੂ ਕਹਿ ਲਿਆ, ਨਹੀਂ ਤੇ ਬਸ ਪ੍ਰਸ਼ਾਦਾ ਛਕਦਿਆਂ ਵੀ ਗੱਲਾਂ ਬਾਤਾਂ, ਨਿੰਦਿਆ ਚੁਗਲੀ, ਸਲਾਹ ਮਸ਼ਵਰੇ, ਕੱਲ ਨੂੰ ਕੀ ਕਰਨਾ, ਪਰਸੋਂ ਕੀ ਕਰਨਾ। ਪਾਤਸ਼ਾਹ ਕਹਿਣ ਲੱਗੇ ਉਹ ਜਿਹੜੇ ਬੈਠ ਕੇ ਛਕਣ ਵਾਲੇ ਉਹ ਵੀ ਅਪਵਿੱਤਰ ਹੀ ਨੇ। ਝੂਠੇ ਦਾ ਅਰਥ ਅਪਵਿੱਤਰ ਹੀ ਕੀਤਾ ਗ੍ਰੰਥਾਂ ਵਿੱਚ। ਛਕਣ ਵਾਲੇ ਵੀ ਅਪਵਿੱਤਰ, ਅਤੇ ਉਹ ਕੜਛੀ ਵੀ ਅਪਵਿੱਤਰ, ਤੇ ਕੜਛੀ ਨੂੰ ਫੇਰਨ ਵਾਲੀ, ਬਣਾਉਣ ਵਾਲੀ, ਉਹ ਵੀ ਅਪਵਿੱਤਰ ਹੀ ਮੰਨੀ ਜਾਂਦੀ ਹੈ। ਗੋਬਰ ਝੂਠਾ, ਚੌਂਕਾ ਝੂਠਾ। ਬ੍ਰਾਹਮਣ ਕਹਿਣ ਲੱਗਾ ਕਬੀਰ ਸਾਹਿਬ ਜੀ ਚੌਂਕਾ ਕਿਉਂ ਝੂਠਾ ਹੈ? ਚੌਂਕੇ ਦੇ ਉੱਪਰ ਤੇ ਗੋਬਰ ਦਾ ਲੇਪ ਦੇ ਦੇਣਾ ਚਾਹੀਦਾ, ਉਹਨੂੰ ਲਿੰਬ ਪੋਚ ਲੈਣਾ ਚਾਹੀਦਾ, ਤੇ ਚੌਂਕਾ ਝੂਠਾ ਹੋ ਜਾਂਦਾ, ਸੁੱਚਾ ਹੋ ਜਾਂਦਾ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਜਿਹੜਾ ਗੋਬਰ ਹੈ ਉਹ ਵੀ ਤੇ ਪਸ਼ੂ ਦੀ ਵਿਸ਼ਟਾ ਹੀ ਹੈ ਨਾ, ਉਹਨੂੰ ਸੁੱਚਾ ਕਿਵੇਂ ਤੁਸੀਂ ਮੰਨਦੇ? ਪਸ਼ੂ ਨੇ ਚਾਰਾ ਖਾਧਾ ਤੇ ਉਹਨੇ ਵਿਸ਼ਟਾ ਕਰ ਦਿੱਤੀ, ਲੋਕਾਂ ਨੇ ਚੁੱਕ ਕੇ ਉਹਦਾ ਪੋਚਾ ਫੇਰ ਦਿੱਤਾ ਵੀ ਘਰ ਪਵਿੱਤਰ ਹੋ ਗਿਆ। ਕਹਿਣ ਲੱਗੇ ਨਹੀਂ, ਗੋਬਰ ਦੇ ਪੋਚੇ ਦੇ ਨਾਲ, ਗਾਂ ਦੇ ਗੋਹੇ ਦੇ ਨਾਲ ਭਾਵੇਂ ਤੁਸੀਂ ਪੋਚਾ ਫੇਰ ਵੀ ਦੇਵੋ, ਚੌਂਕਾ ਤਾਂ ਵੀ ਸੁੱਚਾ ਨਹੀਂ ਹੋਣਾ, ਕਿਉਂਕਿ ਗੋਬਰ ਵੀ ਤੇ ਵਿਸ਼ਟਾ ਹੀ ਹੈ ਪਸ਼ੂ ਦੀ। ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਨਾ ਇੱਕ ਬ੍ਰਾਹਮਣ ਗਊ ਲੈ ਕੇ ਤੁਰਿਆ ਜਾਂਦਾ, ਅਗਲੇ ਬੰਨੇ ਛੋਟਾ ਜਿਹਾ ਪੁਲ ਆ ਗਿਆ, ਤੇ ਉੱਥੇ ਇੱਕ ਬੈਠਾ ਹੋਇਆ ਖੱਤਰੀ ਨੌਕਰ ਹੈ ਸਰਕਾਰ ਦਾ। ਉਹਨੇ ਆਖਿਆ ਪੰਡਤ ਜੀ ਵੀ ਜੇ ਨਦੀ ਪਾਰ ਕਰਨੀ ਹੈ ਤੇ ਪੁਲ ਪਾਰ ਕਰਨਾ ਪੈਣਾ, ਤੇ ਪੁਲ ਦਾ ਟੈਕਸ ਰੱਖੋ ਇੱਥੇ। ਕਿੰਨਾ ਟੈਕਸ ਹੈ? ਕਹਿੰਦਾ ਵੀ ਗਾਂ ਦੇ ਇੰਨੇ ਪੈਸੇ ਲੱਗਣਗੇ ਤੇ ਤੇਰੇ ਇੰਨੇ ਪੈਸੇ ਲੱਗਣਗੇ, ਦੋਨਾਂ ਦਾ ਟੈਕਸ ਦੇਣਾ ਪੈਣਾ। ਉਹ ਜਿਹੜਾ ਪੰਡਤ ਗਾਂ ਲਈ ਜਾਂਦਾ, ਉਹਨੇ ਵਿਚਾਰੇ ਨੇ ਸੋਚਿਆ ਵੀ ਹੁਣ ਲੰਘਣਾ ਤੇ ਹੈ ਪੁਲ ਤੋਂ, ਚਲੋ ਦੇ ਦਿਓ ਟੈਕਸ। ਜਦੋਂ ਟੈਕਸ ਦੇ ਕੇ ਤੁਰਿਆ, ਅਜੇ ਗਾਂ ਨੇ 2-4 ਕਦਮ ਤੁਰੇ ਤੇ ਉਹ ਗਾਂ ਨੇ ਉੱਥੇ ਗੋਇਆ ਕਰ ਦਿੱਤਾ, ਪੁਲ ਤੇ ਤੁਰੀ ਜਾਂਦੀ ਨੇ। ਉਹ ਜਿਹੜਾ ਖੱਤਰੀ ਪੈਸੇ ਲੈਂਦਾ ਪਿਆ ਸੀ ਨਾ ਉਹਨਾਂ ਦੇ ਕੋਲੋਂ ਟੈਕਸ, ਉਹ ਭੱਜ ਕੇ ਭਾਂਡਾ ਲੈ ਕੇ ਗਿਆ ਤੇ ਗੋਬਰ ਚੁੱਕ ਕੇ ਲੈ ਆਇਆ। ਕਿਸੇ ਨੇ ਪੁੱਛਿਆ ਵੀ ਇਹਦਾ ਹੀ ਕਰਨਾ? ਕਹਿੰਦਾ ਘਰੇ ਜਾ ਕੇ ਚੌਂਕੇ ਤੇ ਫੇਰਾਂਗਾ ਤੇ ਚੌਂਕਾ ਸੁੱਚਾ ਹੋ ਜਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਗਊ ਬ੍ਰਾਹਮਣ ਕਉ ਕਰ ਲਾਵੋ, ਕਰ ਨਾਮ ਹੈ ਟੈਕਸ ਦਾ। ਜਿਹੜੀ ਗਾਂ ਤੁਰੀ ਜਾਂਦੀ ਹੈ ਉਹਦਾ ਤਾਂ ਟੈਕਸ ਲੈਂਦਾ ਪਿਆ ਵੀ ਪੁਲ ਤੋਂ ਲੰਘਣਾ ਤੇ ਪਹਿਲਾਂ ਪੈਸੇ ਦਿਓ, ਤੇ ਗੋਬਰ ਤਰਨ ਨਾ ਜਾਈ। ਜਦੋਂ ਉਹਨੇ ਗੋਇਆ ਕੀਤਾ ਤਾਂ ਭੱਜ ਕੇ ਤੂੰ ਭਾਂਡੇ ਵਿੱਚ ਪਾ ਕੇ ਲੈ ਆਂਦਾ ਵੀ ਇਹਦੇ ਨਾਲ ਹੁਣ ਮੈਂ ਘਰ ਪਵਿੱਤਰ ਕਰਾਂ। ਪਾਤਸ਼ਾਹ ਕਹਿਣ ਲੱਗੇ ਇਹ ਤੇ ਫਿਰ ਪਖੰਡੀ ਹੋਇਆ ਨਾ, ਇੱਕ ਪਾਸੇ ਤੇ ਮਾਂ ਕਿਹਾ, ਦੂਜੇ ਪਾਸੇ ਉਹਨੂੰ ਵੀ ਟੈਕਸ ਲਾ ਦਿੱਤਾ, ਤੀਜੇ ਪਾਸੇ ਫਿਰ ਉਹਦਾ ਹੀ ਗੋਬਰ ਚੁੱਕ ਲਿਆ ਵੀ ਹੁਣ ਘਰ ਪਵਿੱਤਰ ਕਰੀਏ। ਪਾਤਸ਼ਾਹ ਕਹਿੰਦੇ ਭਰਮ ਹੈ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ। ਕੋਈ ਆਖੇ ਮੈਂ ਸੂਤ ਦੀ ਧੋਤੀ ਤੇੜ ਬੰਨ ਲਈ ਹੈ, ਮੱਥੇ ਤੇ ਤਿਲਕ ਲਾ ਲਿਆ ਹੈ, ਤੇ ਪਾਤਸ਼ਾਹ ਕਹਿੰਦੇ ਤੁਸੀਂ ਤਨਖਾਹ ਜਿਹੜੀ ਲੈਂਦੇ, ਪੈਸਾ ਲੈਂਦੇ ਹੋ ਤੇ ਮਲੇਸ਼ੀਆਂ ਦਾ ਲੈ ਕੇ ਤਨਖਾਹਾਂ ਤੇ ਘਰ ਚ ਲਾਉਂਦੇ ਪਏ, ਫਿਰ ਤਰਨਾ ਕਿਵੇਂ ਹੈ? ਇੱਕ ਪਾਸੇ ਮਲੇਸ਼ ਨੂੰ ਕਹਿੰਦੇ ਵੀ ਇਹ ਮੈਲ ਹੈ, ਇਹਦੇ ਵਿੱਚ ਮਲੇਸ਼ ਤੋਂ ਭਾਵ ਹੁੰਦਾ ਮੈਲ ਦਾ ਭਰਿਆ ਹੋਇਆ। ਇੱਕ ਪਾਸੇ ਤੇ ਆਖਦੇ ਵੀ ਮੈਲ ਦੇ ਭਰੇ ਲੋਕ ਨੇ, ਦੂਜੇ ਪਾਸੇ ਉਹਨਾਂ ਕੋਲੋਂ ਪੈਸਾ ਲੈ ਕੇ ਤੇ ਘਰ ਚਲਾਉਂਦੇ ਪਏ, ਫਿਰ ਤਰਨਾ ਕਿਵੇਂ ਹੈ? ਇਹ ਮਹਾਰਾਜ ਸਾਹਿਬ ਜੀ ਸੋਝੀ ਦਿੰਦੇ ਪਏ। ਪਾਤਸ਼ਾਹ ਕਹਿਣ ਲੱਗੇ ਗੋਬਰ ਝੂਠਾ, ਇਹ ਜਿਹੜਾ ਗੋਬਰ ਹੈ ਪਸ਼ੂ ਦੀ ਵਿਸ਼ਟਾ, ਇਹ ਝੂਠੀ ਹੈ ਭਾਈ, ਇਹਨੂੰ ਸੁੱਚਾ ਨਹੀਂ ਮੰਨਿਆ ਜਾਂਦਾ ਹੈ। ਮਹਾਰਾਜ ਜੀਆਂ ਨੇ ਰਹਿਤਨਾਮਿਆਂ ਵਿੱਚ ਸਾਨੂੰ ਵੀ ਇਹ ਬਚਨ ਬਖਸ਼ਿਆ ਹੈ। ਅੱਜ ਤੇ ਚਲੋ ਗੁਰਮੁਖੋ ਸਮਾਂ ਬਦਲ ਗਿਆ ਹੈ ਵੀ ਘਰਾਂ ਵਿੱਚ ਪੱਥਰ ਲੱਗ ਗਏ, ਰਸੋਈਆਂ ਵਿੱਚ ਪੱਥਰ ਲੱਗ ਗਏ, ਸਭ ਕੁਝ ਕਰ ਲਿਆ ਹੈ,
ਪਰ ਪਹਿਲੇ ਸਮੇਂ ਵਿੱਚ ਲੋਕ ਕੀ ਕਰਦੇ ਸਨ, ਜਦੋਂ ਕਿਤੇ ਕੜਾਹ ਪ੍ਰਸ਼ਾਦ ਬਣਨਾ ਤੇ ਚੌਂਕੇ ਨੂੰ ਗੋਹੇ ਦੇ ਨਾਲ ਲਿਪ ਦੇਣਾ। ਰਹਿਤਨਾਮਿਆਂ ਵਿੱਚ ਬਚਨ ਲਿਖਿਆ ਵੀ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਬਣੇ ਉੱਥੇ ਗੋਹੇ ਦਾ ਪੋਚਾ ਨਾ ਦਿੱਤਾ ਜਾਵੇ। ਮਿੱਟੀ ਦਾ ਇਕੱਲਾ ਪੋਚਾ ਦਿੱਤਾ ਜਾ ਸਕਦਾ, ਮਿੱਟੀ ਦਾ ਪੋਚਾ ਫੇਰ ਦਿਓ ਪਰ ਗੋਹੇ ਦਾ ਪੋਚਾ ਨਾ ਫੇਰਿਆ ਜਾਵੇ। ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਬਣੇ ਉੱਥੇ ਗੋਬਰ ਪਾਥੀਆਂ ਦੇ ਨਾਲ ਅੱਗ ਨਾ ਬਾਲੀ ਜਾਵੇ। ਅਤੇ ਜਾਂ ਕੁਝ ਲੋਕ ਭੱਠੀ ਬਾਲ ਲੈਂਦੇ, ਮਿੱਟੀ ਦਾ ਤੇਲ ਪਾ ਕੇ ਭੱਠੀਆਂ ਨਹੀਂ ਚੱਲਦੀਆਂ, ਨਿੱਕਾ ਨਿੱਕਾ ਤੇਲ ਦੀਆਂ ਬੂੰਦਾਂ ਡਿੱਗਦੀਆਂ। ਇਹ ਮਨਾਹੀ ਹੈ ਰਹਿਤਨਾਮਿਆਂ ਵਿੱਚ ਵੀ ਕੜਾਹ ਪ੍ਰਸ਼ਾਦ ਦੀ ਦੇਗ ਵੇਲੇ ਇਸ ਤਰ੍ਹਾਂ ਦੀ ਕਿਰਿਆ ਨਾ ਕਰੇ। ਸੋ ਇਸੇ ਤਰ੍ਹਾਂ ਜੇ ਅਖੰਡ ਪਾਠ ਰੱਖਣਾ ਹੈ, ਗੁਰਬਾਣੀ ਪੜ੍ਹਨੀ, ਪਾਠ ਸੁਣਨਾ, ਉੱਥੇ ਵੀ ਮਿੱਟੀ ਦਾ ਪੋਚਾ ਲੱਗਾ ਹੋਵੇ, ਗੋਬਰ ਦੇ ਪੋਚੇ ਦੀ ਉੱਥੇ ਵੀ ਮਨਾਹੀ ਹੈ, ਉਹਦੇ ਵਿੱਚੋਂ ਮੁਸ਼ਕ ਆਉਂਦਾ ਰਹਿੰਦਾ। ਰਹਿਤਨਾਮਿਆਂ ਵਿੱਚ ਇਹ ਵੀ ਬਚਨ ਲਿਖਿਆ ਵੀ ਜਦੋਂ ਕੋਈ ਅੰਮ੍ਰਿਤਧਾਰੀ ਸਿੰਘ ਚੜ੍ਹਾਈ ਕਰ ਜਾਵੇ, ਸਰੀਰ ਛੱਡ ਦੇਵੇ, ਉਹਦੀ ਚਿਖਾ ਤਿਆਰ ਕੀਤੀ ਜਾਵੇ ਤੇ ਚਿਖਾ ਕੇਵਲ ਲੱਕੜਾਂ ਦੀ ਤਿਆਰ ਕੀਤੀ ਜਾਵੇ, ਲੱਕੜਾਂ ਹੀ ਉਹਦੇ ਵਿੱਚ ਰੱਖੀਆਂ ਜਾਣ, ਉਹਦੇ ਵਿੱਚ ਗੋਬਰ ਨਾ ਰੱਖਿਆ ਜਾਵੇ। ਕੁਝ ਇਲਾਕਿਆਂ ਵਿੱਚ ਇਹ ਰਿਵਾਜ ਹੈ ਕਿ ਮਰਨ ਵਾਲੇ ਵਿਅਕਤੀ ਦੇ ਗੋਹਾ ਪਤਲਾ ਕਰਕੇ ਤੇ ਉਹਦਾ ਸਿਰ ਧੋਤਾ ਜਾਂਦਾ ਉਸ ਗੋਹੇ ਦੇ ਨਾਲ। ਕੁਝ ਲੋਕ ਪਾਥੀਆਂ ਵਿੱਚ ਰੱਖ ਦਿੰਦੇ ਚਿਖਾ ਦੇ ਵੀ ਛੇਤੀ ਅੱਗ ਬਲ ਪਵੇ। ਪਾਤਸ਼ਾਹ ਕਹਿਣ ਲੱਗੇ ਕੇਸ ਗੁਰੂ ਦੀ ਮੋਹਰ ਨੇ, ਇਹ ਗੁਰੂ ਦੀ ਨਿਸ਼ਾਨੀ ਤੈਨੂੰ ਕੇਸ ਮਿਲੇ ਨੇ, ਇਸ ਕਰਕੇ ਗੋਬਰ ਵਗੈਰਾ ਇਹਦੇ ਵਿੱਚ ਰੱਖਣਾ ਇਹ ਮਨਾਹੀ ਹੈ ਅੰਮ੍ਰਿਤਧਾਰੀ ਸਿੰਘ ਦੇ ਜਿਸ ਵੇਲੇ ਅੰਤਮ ਸੰਸਕਾਰ ਹੁੰਦਾ ਹੈ। ਇਹ ਮਹਾਰਾਜ ਨੇ ਰਹਿਤਨਾਮਿਆਂ ਦਾ ਬਚਨ ਲਿਖਿਆ ਹੈ। ਕੁਝ ਲੋਕ ਮਿੱਟੀ ਦਾ ਤੇਲ ਤੇ ਕੁਝ ਲੋਕ ਡੀਜ਼ਲ ਪਾ ਦਿੰਦੇ ਸੰਸਕਾਰ ਦੇ ਸਮੇਂ, ਇਸ ਗੱਲ ਦੀ ਵੀ ਮਨਾਹੀ ਕੀਤੀ ਹੈ। ਕੇਵਲ ਦੇਸੀ ਘਿਓ ਤੇ ਫੁੱਲਾਂ ਦੀ ਵਰਤੋਂ ਜਿਹੜੀ ਹੈ ਉਹ ਗ੍ਰੰਥਕਾਰਾਂ ਨੇ ਲਿਖੀ ਹੈ ਵੀ ਇਹਦੀ ਵਰਤੋਂ ਕਰ ਸਕਦੇ ਹਾਂ। ਪਾਤਸ਼ਾਹ ਕਹਿਣ ਲੱਗੇ ਭਾਈ ਗੋਬਰ ਸੁੱਚਾ ਨਹੀਂ ਹੈ, ਇਹ ਅਪਵਿੱਤਰ ਹੀ ਹੈ, ਇਹ ਤੇ ਅੰਤਮ ਸੰਸਕਾਰ ਵੇਲੇ ਵੀ ਨਹੀਂ ਵਰਤਣਾ ਚਾਹੀਦਾ। ਇਹ ਮਹਾਰਾਜ ਨੇ ਸਾਨੂੰ ਰਹਿਤ ਬਹਿਤ ਵੀ ਬਖਸ਼ਿਸ਼ ਕੀਤੀ ਹੈ। ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀਨੀ ਕਾਰਾ। ਜਿਸ ਦੇ ਨਾਲ ਉਹ ਚੌਂਕਾ ਲਿੰਬਿਆ, ਕਹਿਣ ਲੱਗੇ ਉਹ ਚੌਂਕਾ ਵੀ ਤੇ ਅਪਵਿੱਤਰ ਹੀ ਹੋਇਆ। ਜਦੋਂ ਗੋਬਰ ਅਪਵਿੱਤਰ ਹੈ ਤੇ ਫਿਰ ਲਿੰਬ ਦਿੱਤਾ ਤੇ ਚੌਂਕਾ ਵੀ। ਤੇ ਝੂਠੀ ਦੀਨੀ ਕਾਰਾ, ਉਹਦੇ ਉੱਪਰ ਕੁਝ ਲਕੀਰਾਂ ਕੱਢੀਆਂ ਜਾਂਦੀਆਂ ਜਿਹਨੂੰ ਆਪਾਂ ਕਹਿੰਦੇ ਵੀ ਖਤਰੇ ਦਾ ਨਿਸ਼ਾਨ ਹੈ ਵੀ ਇਹਦੇ ਤੋਂ ਅੱਗੇ ਨਹੀਂ ਜਾਣਾ ਹੈ। ਕੁਝ ਲੀਕਾਂ ਬਣਾ ਦਿੱਤੀਆਂ ਜਾਂਦੀਆਂ ਵੀ ਕੋਈ ਵੀ ਨੀਵੀਂ ਜਾਤ ਵਾਲਾ ਵਿਅਕਤੀ ਇੱਥੋਂ ਅੱਗੇ ਨਾ ਜਾਵੇ, ਪਿੱਛੇ ਹੀ ਬੈਠ ਜਾਵੇ, ਇਹਦਾ ਪਰਛਾਵਾਂ ਚੌਂਕੇ ਤੇ ਨਹੀਂ ਪੈਣਾ ਚਾਹੀਦਾ। ਪਾਤਸ਼ਾਹ ਕਹਿਣ ਲੱਗੇ ਜਿੰਨੀਆਂ ਮਰਜ਼ੀ ਭਾਈ ਇਹ ਲਕੀਰਾਂ ਕੱਢ ਲਵੋ, ਇਹ ਵੀ ਸਾਰੀਆਂ ਝੂਠੀਆਂ, ਇਹਨਾਂ ਦੇ ਨਾਲ ਕੋਈ ਫਾਇਦਾ ਨਹੀਂ ਹੈ। ਉਸ ਵੇਲੇ ਗੁਰਮੁਖੋ ਕਬੀਰ ਸਾਹਿਬ ਜੀ ਇਹ ਬਚਨ ਕਰਦੇ ਪਏ, ਸ਼ਾਸਤਰਾਂ ਦੇ ਵਿੱਚ 5 ਤਰ੍ਹਾਂ ਦੇ ਵੱਡੇ ਪਾਪ ਲਿਖੇ ਨੇ। ਆਪਾਂ ਕਹਿੰਦੇ ਨੇ ਮੈਂ ਪਾਪ ਨਹੀਂ ਕਰਦਾ, ਜਾਂ ਆਪਾਂ ਕਹਿੰਦੇ ਵੀ ਮੈਂ ਤੇ ਪਾਠ ਕਰ ਲਿਆ ਤੇ ਮੈਂ ਮਾੜਾ ਕੰਮ ਕੀਤਾ ਹੀ ਕੋਈ ਨਹੀਂ ਹੈ ਤੇ ਮੈਂ ਤੇ ਮੁਕਤ ਹੋ ਜਾਣਾ। ਮਹਾਰਾਜ ਨੇ ਗੁਰਬਾਣੀ ਵਿੱਚ ਆਖਿਆ ਲੇਖੈ ਕਤਹਿ ਨ ਛੂਟੀਐ ਖਿਣ ਖਿਣ ਭੂਲਣ। ਅਸੀਂ ਖਿਣ ਖਿਣ ਵਿੱਚ ਗਲਤੀ ਕਰਦੇ, ਹਮਰੀ ਗਣਤ ਨ ਗਣੀਆਂ ਕਾਈ ਆਪਣਾ। ਕੁਝ ਗਲਤੀਆਂ ਉਹ ਨੇ ਜਿਹੜੀਆਂ ਸਾਡੇ ਤੋਂ ਸੁਤੇ ਸਿੱਧ ਆਪਣੇ ਆਪ ਹੀ ਹੁੰਦੀਆਂ। ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜਦੋਂ ਅਸੀਂ ਝਾੜੂ ਫੇਰਦੇ ਹਾਂ ਨਾ ਘਰ ਦੇ ਵਿੱਚ, ਹੁਣ ਝਾੜੂ ਤੇ ਫੇਰਿਆ ਘਰ ਦੀ ਸਫਾਈ ਵਾਸਤੇ, ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ ਵੀ ਝਾੜੂ ਦੇ ਨਾਲ ਵੀ ਕਈ ਕੀੜੇ ਮਰ ਜਾਂਦੇ ਤੇ ਉਹਦਾ ਪਾਪ ਵੀ ਤੇ ਲੱਗਣਾ ਹੀ ਹੈ ਨਾ। ਅਸੀਂ ਆਖਦੇ ਮੈਂ ਪਾਪ ਕੀਤਾ ਨਹੀਂ, ਮੈਂ ਤੇ ਕੋਈ ਜੀਵ ਹੱਤਿਆ ਨਹੀਂ ਕਰਦਾ, ਮੈਂ ਕਦੇ ਕੁੱਕੜ ਨਹੀਂ ਮਾਰਿਆ, ਕਦੇ ਬੱਕਰੀ ਨਹੀਂ ਮਾਰੀ ਹੈ, ਮੈਂ ਤੇ ਕਦੇ ਮਾਸ ਨਹੀਂ ਖਾਧਾ, ਕਦੇ ਆਂਡਾ ਨਹੀਂ ਖਾਧਾ, ਮੈਂ ਤੇ ਪਾਪ ਹੀ ਨਹੀਂ ਕਰਦਾ। ਪਾਤਸ਼ਾਹ ਕਹਿੰਦੇ ਇਹ ਪਾਪ ਤੇ ਸੁਭਾਵਿਕ ਹੀ ਹੁੰਦਾ ਪਿਆ ਹੈ, ਇਹ ਤੇ ਰੋਜ਼ ਦੀ ਕਿਰਿਆ। ਰੋਜ਼ ਹੀ ਅਸੀਂ ਘਰਾਂ ਵਿੱਚ ਝਾੜੂ ਲਾਉਂਦੇ, ਕੀੜੀਆਂ ਨਿੱਕੇ ਨਿੱਕੇ ਇਹੋ ਜਿਹੇ ਬੈਕਟੀਰੀਆ ਜਿਹੜੇ ਸਾਨੂੰ ਦਿਸਦੇ ਨਹੀਂ ਅੱਖਾਂ ਦੇ ਨਾਲ, ਜੋ ਵੀ ਤੇ ਮਾਰੀ ਜਾਂਦੇ ਨੇ। ਪਾਪ ਤੇ ਵੀ ਹੁੰਦਾ ਪਿਆ। ਦੂਜੇ ਨੰਬਰ ਦਾ ਪਾਪ ਜਿਹੜਾ ਅਸੀਂ ਸੁਤੇ ਸਿੱਧ ਕਰਦੇ ਹਾਂ, ਜਦੋਂ ਅਸੀਂ ਪੋਚਾ ਲਾਉਂਦੇ ਹਾਂ ਘਰ ਦੇ ਵਿੱਚ, ਪੋਚਾ ਲਾਉਂਦੇ ਹਾਂ ਕਈ ਜੀਵ ਉਸ ਵੇਲੇ ਫੁੜਕ ਜਾਂਦੇ, ਮਰ ਜਾਂਦੇ, ਤੇ ਉਹਨਾਂ ਦਾ ਪਾਪ ਵੀ ਜਿਹੜਾ ਹੈ ਇਹ ਵੀ ਮੰਨਿਆ ਹੈ। ਤੀਜੇ ਨੰਬਰ ਤੇ ਗੁਰਮੁਖੋ ਇਸੇ ਤਰ੍ਹਾਂ ਪਾਪ ਮੰਨਿਆ ਹੈ ਜਦੋਂ ਅਸੀਂ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹਾਂ, ਪਾਥੀਆਂ ਦੇ ਨਾਲ, ਲੱਕੜਾਂ ਦੇ ਨਾਲ, ਜਿਵੇਂ ਵੀ ਅੱਗ ਬਾਲੀਏ ਤੇ ਉਹਨਾਂ ਵਿੱਚ ਨਿੱਕੇ ਨਿੱਕੇ ਜੀਵ ਤੇ ਉਹ ਵੀ ਚੁੱਲ੍ਹੇ ਵਿੱਚ ਸੜ ਜਾਂਦੇ, ਮੌਤ ਉਹਨਾਂ ਦੀ ਹੁੰਦੀ ਹੈ। ਇਹ ਵੀ ਤੇ ਇੱਕ ਪਾਪ ਮੰਨਿਆ ਹੈ। ਇਹ ਵੀ ਸਾਡੇ ਘਰਾਂ ਵਿੱਚ ਸੁਤੇ ਸਿੱਧ ਹੀ ਹੁੰਦਾ ਵੀ ਪ੍ਰਸ਼ਾਦਾ ਤੇ ਛਕਣਾ ਹੀ, ਅੱਗ ਤੇ ਬਾਲਣੀ ਪੈਣੀ ਹੈ। ਅੱਗ ਬਾਲਣ ਵਾਸਤੇ ਬਾਲਣ ਚਾਹੀਦਾ ਤੇ ਬਾਲਣ ਵਿੱਚ ਨਿੱਕੇ ਨਿੱਕੇ ਜੀਵ ਜ਼ਰੂਰ ਹੁੰਦਾ, ਇਸ ਕਰਕੇ ਇਹ ਤੀਜਾ ਪਾਪ ਮੰਨਿਆ ਹੈ ਅੱਗ ਜਦੋਂ ਬਾਲੀ ਦੀ ਹੈ। ਚੌਥੇ ਨੰਬਰ ਦਾ ਗੁਰਮੁਖੋ ਪਾਪ ਮੰਨਿਆ ਹੈ ਜਦੋਂ ਅਸੀਂ ਚੱਕੀ ਦੇ ਵਿੱਚ ਪਾ ਕੇ ਦਾਣੇ ਪੀਸਦੇ ਹਾਂ। ਮਹਾਰਾਜ ਕਹਿਣ ਲੱਗੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ। ਹੁਣ ਪ੍ਰਸ਼ਾਦਾ ਛਕੇ ਬਿਨਾਂ ਕਿਵੇਂ ਰਹਿ ਸਕਦੇ, ਛਕਣਾ ਪਵੇਗਾ ਨਾ, ਦਾਣੇ ਪੀਸਣੇ ਪੈਣਗੇ ਨਾ, ਚੱਕੀ ਚਲਾਉਣੀ ਪਵੇਗੀ ਨਾ।
ਅੱਜ ਭਾਵੇਂ ਬਿਜਲੀ ਵਾਲੀਆਂ ਚੱਕੀਆਂ ਵੀ ਆਪਣੇ ਭੱਜੀਆਂ ਫਿਰਦੀਆਂ, ਪਹਿਲਾਂ ਲੋਕ ਹੱਥਾਂ ਨਾਲ ਘੁਮਾਉਂਦੇ ਸਨ। ਹੁਣ ਚੱਕੀ ਵਿੱਚ ਦਾਣੇ ਪਾਵਾਂਗੇ, ਦਾਣੇ ਪੀਸਾਂਗੇ ਤੇ ਉਹ ਨਿੱਕੇ ਨਿੱਕੇ ਜੀਵ ਤੇ ਉਹਦੇ ਵਿੱਚ ਵੀ ਮਰਨਗੇ ਨਾ ਚੱਕੀ ਵਿੱਚ ਆ ਕੇ। ਤੇ ਜੀਵ ਹੱਤਿਆ ਦੇ ਵੀ ਹੋਈ, ਪਾਪ ਤੇ ਫਿਰ ਇਹ ਵੀ ਕੀਤਾ ਹੈ। ਇਹ ਚੌਥੇ ਨੰਬਰ ਦਾ ਪਾਪ ਮੰਨਿਆ ਹੈ। ਤੇ ਪੰਜਵੇਂ ਨੰਬਰ ਦਾ ਗੁਰਮੁਖੋ ਪਾਪ ਮੰਨਿਆ ਜਦੋਂ ਲੋਕ ਉਖਲੀ ਵਿੱਚ ਦਾਣੇ ਪਾ ਕੇ ਤੇ ਕੁੱਟਦੇ। ਅੱਜ ਆਪਾਂ ਸ਼ੈਲਰ ਤੇ ਚਲੇ ਜਾਂਦੇ ਆ ਵੀ ਚਲੋ ਚੌਲ ਛੜਾ ਕੇ ਲਿਆਈਏ, ਤੇ ਪਹਿਲਾਂ ਦਾਲਾਂ ਵਗੈਰਾ ਜਾਂ ਚੌਲ ਵਗੈਰਾ ਉਖਲੀ ਵਿੱਚ ਪਾ ਕੇ ਤੇ ਮੁੰਗਲੀਆਂ ਨਾਲ ਕੁੱਟੇ ਜਾਂਦੇ, ਉਹਦੇ ਨਾਲ ਵੀ ਤੇ ਕਈ ਜੀਵ ਮਰ ਜਾਂਦੇ। ਇਹ ਸ਼ਾਸਤਰਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਵਿੱਚ 5 ਤਰ੍ਹਾਂ ਦੇ ਪਾਪ ਲਿਖੇ ਨੇ। ਜੇ ਆਪਾਂ ਕਹੀਏ ਵੀ ਮੈਂ ਪਾਪ ਨਹੀਂ ਕਰਦਾ ਤੇ ਸਾਡੇ ਕੋਲੋਂ ਸੁਤੇ ਸਿੱਧ ਆਪਣੇ ਆਪ ਹੀ ਹੁੰਦੇ ਪਏ। ਗੁਰਬਾਣੀ ਨੇ ਐਵੇਂ ਨਹੀਂ ਆਖਿਆ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਮਹਾਰਾਜ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਗਲਤੀ ਨਹੀਂ ਕਰਦਾ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਪਾਪ ਨਹੀਂ ਕਰਦਾ, ਇਹ ਤੇ ਸੁਤੇ ਸਿੱਧ ਹੀ ਮੇਰੇ ਕੋਲੋਂ ਹੁੰਦੇ ਪਏ। ਤੇ ਜੇ ਮੈਂ ਗਿਣਤੀ ਕਰਨ ਲੱਗ ਪਾਵਾਂ, ਕੋਲ ਕਾਪੀ ਪੈਨ ਰੱਖਾਂ ਵੀ ਅੱਜ ਮੈਂ ਇੰਨੇ ਚੰਗੇ ਕੰਮ ਕੀਤੇ, ਅੱਜ ਮੈਂ ਇੰਨੇ ਮਾੜੇ ਕੰਮ ਕੀਤੇ, ਉਹ ਤੇ ਅਸੀਂ ਲਿਖ ਲਵਾਂਗੇ। ਪਰ ਆ ਜਿਹੜੇ ਸੁਤੇ ਸਿੱਧ ਹੀ ਹੁੰਦੇ ਪਏ ਪਾਪ, ਤੁਰੇ ਜਾਂਦੇ ਆ, ਸਾਡੇ ਪੈਰਾਂ ਥੱਲੇ ਕੀੜਾ ਆ ਕੇ ਮਰ ਗਿਆ ਤੇ ਉਹ ਵੀ ਤੇ ਸਾਡੇ ਕੋਲੋਂ ਜੀਵ ਹੱਤਿਆ। ਇਹ ਪਾਪ ਸੁਤੇ ਸਿੱਧ ਹੀ ਹੁੰਦੇ ਪਏ, ਹਰੇਕ ਦੇ ਕੋਲੋਂ ਹੁੰਦੇ, ਸਾਰਿਆਂ ਦੇ ਕੋਲੋਂ ਹੁੰਦੇ। ਐਸੇ ਤਰ੍ਹਾਂ ਜਿਹੜੇ ਮੋਨੀ ਲੋਕ ਨੇ ਨੰਗੇ ਪੈਰੀਂ ਤੁਰਦੇ, ਉਹ ਜਿੱਥੇ ਇੱਕ ਪੈਰ ਰੱਖਦਾ ਨਾ ਉਹਨਾਂ ਦਾ ਗੁਰੂ, ਉਹ ਗੁਰੂ ਦੇ ਮਗਰ ਹੀ ਪੈਰ ਰੱਖਦਾ। ਕਿਸੇ ਨੇ ਪੁੱਛਿਆ ਵੀ ਤੁਸੀਂ ਪੈਰ ਆਪਣੇ ਗੁਰੂ ਦੇ ਪੈਰਾਂ ਦੇ ਉੱਪਰ ਹੀ ਕਿਉਂ ਰੱਖਦੇ, ਆਸੇ ਪਾਸੇ ਕਿਉਂ ਨਹੀਂ ਰੱਖਦੇ? ਕਹਿੰਦੇ ਵੀ ਅਸੀਂ ਤਾਂ ਰੱਖਦੇ ਹਾਂ ਜੇ ਅਸੀਂ ਆਸੇ ਪਾਸੇ ਪੈਰ ਰੱਖਿਆ ਤੇ ਸਾਡੇ ਪੈਰਾਂ ਥੱਲੇ ਕੀੜਾ ਨਾ ਕਿਤੇ ਕੋਈ ਮਰ ਜਾਵੇ, ਪਾਪ ਲੱਗੇਗਾ। ਜੇ ਗੁਰੂ ਦੇ ਪੈਰਾਂ ਥੱਲੇ ਆ ਗਿਆ ਕੀੜਾ ਤੇ ਉਹਦੇ ਪਾਪ ਗੁਰੂ ਨੂੰ ਲੱਗਣਾ, ਗੁਰੂ ਭਾਵੇਂ ਨਰਕਾਂ 'ਚ ਜਾਵੇ, ਅਸੀਂ ਤੇ ਬਚ ਜਾਈਏ ਨਾ ਪਾਪ। ਇਹੋ ਜੀ ਸੋਚ ਲੈ ਕੇ ਮੂੰਹ ਬੰਨ ਕੇ ਉਹ ਗੁਰੂ ਦੇ ਪੈਰਾਂ ਦੇ ਉੱਤੇ ਪੈਰ ਰੱਖ ਕੇ ਤੁਰੇ ਜਾਂਦੇ। ਮਹਾਰਾਜ ਕਹਿਣ ਲੱਗੇ ਭਾਈ ਇਹ 5 ਤਰ੍ਹਾਂ ਦੇ ਪਾਪ ਨੇ। ਫਿਰ ਕਿਸੇ ਨੇ ਪੁੱਛਿਆ ਮਹਾਰਾਜ ਇਹਨਾਂ 5 ਤਰ੍ਹਾਂ ਦੇ ਪਾਪਾਂ ਤੋਂ ਬਚੀਏ ਕਿਵੇਂ, ਬਚਣ ਦਾ ਵੀ ਤਾਂ ਤਰੀਕਾ ਦੱਸੋ ਨਾ। ਤੇ ਉਹ ਫਿਰ 5 ਨਿਰਵਿਰਤੀਆਂ ਵੀ ਲਿਖੀਆਂ। ਪਛਤਾਤਾਪ ਜਿਹਨੂੰ ਆਪਾਂ ਕਹਿੰਦੇ, ਪਛਤਾਵਾ ਵੀ ਲਿਖਿਆ ਹੈ। ਉਹਦੇ ਵਿੱਚ ਪਹਿਲਾ ਬਚਨ ਆਉਂਦਾ ਹੈ ਕਿ ਜਦੋਂ ਅੱਗ ਬਲਦੀ ਹੈ ਉਹਦੇ ਵਿੱਚ ਘਿਓ ਵਗੈਰਾ ਪਾ ਕੇ ਤੇ ਆਹੂਤੀ ਦਿੰਦੇ। ਜਿਵੇਂ ਪੰਡਤ ਲੋਕ ਅੱਗ ਬਾਲ ਲੈਂਦੇ ਤੇ ਆਹੂਤੀਆਂ ਦਿੰਦੇ ਪਏ, ਘਿਓ ਫੁੱਲ ਵਗੈਰਾ ਪਾਉਣੇ। ਇਹ ਪਛਤਾਤਾਪ ਹੈ ਵੀ ਜੋ ਸਾਡੇ ਕੋਲੋਂ ਸੜ ਗਿਆ ਉਹਦੀ ਸਾਨੂੰ ਮਾਫੀ ਦਿਓ। ਜਾਂ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹਾਂ, ਇਹ ਸਾਡਾ ਪਛਤਾਤਾਪ ਰੂਪੀ ਕਰਮ ਹੈ ਵੀ ਮਹਾਰਾਜ ਜੇ ਕੋਈ ਗਲਤੀ ਹੋਈ ਹੈ ਆਪ ਪ੍ਰਸ਼ਾਦ ਨੂੰ ਭੋਗ ਲਾਓ ਤੇ ਸਾਡੀਆਂ ਸੂਖਮ ਭੁੱਲਾਂ ਨੂੰ ਮਹਾਰਾਜ ਮਾਫ ਕਰ ਦਿਓ। ਦੂਜੇ ਨੰਬਰ ਤੇ ਹੈ ਆਪਣੇ ਵੱਡੇ ਵਡੇਰਿਆਂ ਦੇ ਨਿਮਿਤ ਦਾਨ ਦੇਣਾ। ਜਿਹੜੇ ਮਰ ਗਏ ਨੇ, ਚਲੇ ਗਏ ਸਰੀਰ ਛੱਡ ਕੇ, ਉਹਨਾਂ ਦੇ ਬਾਬਤ ਜਿਹੜੇ ਹਿੰਦੂ ਲੋਕ ਨੇ ਕਪੜਾ ਦਾਨ ਕਰਦੇ, ਅੰਨ ਦਾਨ ਵਗੈਰਾ ਕਰਦੇ, ਲਿਖਿਆ ਵੀ ਸ਼ਰਾਧ ਵਗੈਰਾ ਕਰਨੇ। ਗੁਰਸਿੱਖਾਂ ਦੀ ਮਰਿਆਦਾ ਇਹ ਲਿਖੀ ਹੈ ਮਹਾਰਾਜ ਨੇ ਕਿ ਲੰਗਰ ਸੰਗਤ ਦੀ ਜਿਹੜੀ ਮਰਿਆਦਾ ਰੱਖਣੀ, ਲੰਗਰ ਬਣਾਉਣਾ, ਸੰਗਤ ਵਿੱਚ ਵਰਤਾਉਣਾ ਅਤੇ ਇਸੇ ਤਰ੍ਹਾਂ ਗਰੀਬ ਗੁਰਬੇ ਦੀ ਮਦਦ ਕਰਨੀ। ਇਸ ਤਰ੍ਹਾਂ ਇਹ ਪਛਤਾਤਾਪ ਦੂਜੇ ਨੰਬਰ ਦਾ ਲਿਖਿਆ। ਤੀਜੇ ਨੰਬਰ ਤੇ ਬਚਨ ਲਿਖਿਆ ਵੀ ਜੇ ਕੋਈ ਸਾਧੂ ਸੰਤ ਆ ਜਾਵੇ ਤੇ ਉਹਦੀ ਸੇਵਾ ਕਰਨੀ, ਮੁੱਠੀ ਚਾਪੀ ਕਰਨੀ, ਸਾਧੂ ਸੰਤ ਦਾ ਇਸ਼ਨਾਨ ਕਰਾ ਦੇਣਾ, ਬੰਦਗੀ ਵਾਲੇ ਦਾ। ਇਹ ਪਛਤਾਤਾਪ ਹੈ। ਜਿਹੜੇ ਤੇਰੇ ਸੁਤੇ ਸਿੱਧ ਹੋਏ ਪਾਪ ਆਪਣੇ ਆਪ ਹੀ ਮਾਫ ਹੋ ਜਾਣਗੇ। ਤੇ ਚੌਥੇ ਨੰਬਰ ਤੇ ਬਚਨ ਇਹ ਹੈ ਵੀ ਗੁਰੂ ਨੂੰ ਚੇਤੇ ਕਰਨਾ। ਸਿੱਖ ਨੇ ਜਿਹੜੇ ਹਿੰਦੂ ਲੋਕ ਨੇ ਉਹ ਦੇਵਤਿਆਂ ਨੂੰ ਜਾਂ ਅਵਤਾਰਾਂ ਨੂੰ ਚੇਤੇ ਕਰਦੇ, ਉਹਨਾਂ ਨੂੰ ਭੋਗ ਲਵਾਉਂਦੇ, ਪ੍ਰਸ਼ਾਦ ਲੈ ਕੇ ਜਾਂਦੇ। ਇਹ ਕਿਰਿਆ ਹੈ ਵੀ ਇਸ ਤਰ੍ਹਾਂ ਪ੍ਰਸ਼ਾਦ ਨੂੰ ਭੋਗ ਲਵਾ ਦੇਣਾ, ਪ੍ਰਸ਼ਾਦੇ ਨੂੰ, ਫਲਾਂ ਨੂੰ, ਅਤੇ ਫਿਰ ਵੰਡ ਦੇਣਾ ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਵਿੱਚ। ਇਹ ਚੌਥੇ ਨੰਬਰ ਦਾ ਪਛਤਾਤਾਪ ਲਿਖਿਆ ਹੈ। ਤੇ ਪੰਜਵੇਂ ਨੰਬਰ ਤੇ ਆ ਵੀ ਪਰਮਾਤਮਾ ਦੇ ਨਿਮਿਤ ਅੰਨ ਦਾਨ ਕਰਨਾ। ਰੱਬ ਦਾ ਨਾਮ ਲੈ ਕੇ ਵੀ ਰੱਬ ਦਾ ਹੀ ਹੈ ਤੇ ਦਾਨ ਕਰ ਦੇਣਾ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਨ 13 ਕਹਿ ਕੇ ਤੇ ਭਰ ਕੇ ਮਹਾਰਾਜ ਵੀ ਰੱਬਾ ਤੇਰਾ ਹੀ ਹੈ ਸਾਰਾ ਕੋਈ, ਤੇ ਦਾਨ ਕਰੀ ਗਿਆ। ਇਹ ਪੰਜਵੇਂ ਨੰਬਰ ਦਾ ਕੰਮ ਹੈ ਵੀ ਰੱਬ ਦਾ ਹੀ ਜਾਣ ਕੇ, ਮੇਰਾ ਨਹੀਂ ਵੀ ਮੈਂ ਕਰਦਾ, ਪਰਮਾਤਮਾ ਤੇਰਾ ਹੀ ਹੈ। ਇਹ ਲੈਣ ਵਾਲਾ ਵੀ ਤੂੰ ਆਪ ਹੀ ਹੈ ਤੇ ਦੇਣ ਵਾਲਾ ਵੀ ਮੇਰੇ ਵਿੱਚ ਤੂੰ ਹੀ ਬੈਠਾ ਹੈ। ਇਸ ਤਰ੍ਹਾਂ ਮਾਣ ਤਿਆਗ ਕੇ ਤੇ ਉਹਦਾ ਦਾਨ ਕਰਨਾ। ਇਹ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਵੀ ਇਹ 5 ਨੇ ਪ੍ਰਾਸ਼ਚਿਤ ਕਰਨੇ। ਵੀ ਮੇਰੇ ਕੋਲੋਂ ਪਾਪ ਹੋ ਗਿਆ, ਸੁਤੇ ਸਿੱਧੀ ਤੇ ਮਹਾਰਾਜ ਮਾਫ ਕਰ ਦਿਓ। ਤੇ ਇਹ ਕਿਰਿਆ ਉਸ ਵੇਲੇ ਕਰਦੇ ਹਨ। ਕਹਿ ਕਬੀਰ 23 ਨਰ ਸੂਚੇ। ਉਹ ਪੰਡਤ ਵਿਦਵਾਨ ਆਇਆ, ਕਹਿਣ ਲੱਗਾ ਵੀ ਕਬੀਰ ਸਾਹਿਬ ਤੁਸੀਂ ਤੇ ਸਾਰੀ ਦੁਨੀਆ ਹੀ ਅਪਵਿੱਤਰ ਕਹਿ ਦਿੱਤੀ ਹੈ, ਝੂਠੀ ਕਹਿ ਦਿੱਤੀ, ਕੋਈ ਸੋਚਿਆ ਵੀ ਹੈ ਦੁਨੀਆ ਵਿੱਚ?
ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ, ਕੋਈ ਸੋਚਿਆ ਵੀ ਹੈ ਉਹਦੇ ਬਾਰੇ ਦੱਸਦੇ। ਹਾਂ ਕਹਿ ਕਬੀਰ ਤੇਈ ਨਰ ਸੂਚੇ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਉਹ ਲੋਕ ਸੁੱਚੇ ਕਹੀਏ ਪਵਿੱਤਰ ਮੰਨੇ ਜਾਂਦੇ ਹਨ, ਸਾਚੀ ਪਰੀ ਵਿਚਾਰਾ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਦੀ ਵਿਚਾਰ ਹੈ, ਜਿਨੇ ਸੱਚ ਨੂੰ ਪ੍ਰਾਪਤ ਕਰ ਲਿਆ, ਆਦ ਸੱਚ ਜੁਗਾਦ ਸੱਚ, ਜਿਨੇ ਸੱਚ ਨੂੰ ਪ੍ਰਾਪਤ ਕਰ ਲਿਆ ਉਹ ਭਾਈ ਸੁੱਚੇ ਮੰਨੇ ਜਾਂਦੇ। ਉਹਨਾਂ ਤੋਂ ਬਿਨਾਂ ਤੇ ਬਾਕੀ ਸਾਰੀ ਦੁਨੀਆ ਝੂਠੀ ਹੈ। ਸੋ ਇਸ ਤਰ੍ਹਾਂ ਬਚਨ ਲਿਖਿਆ ਹੈ, ਵਿਚਾਰਹੀਣ ਜਿਹੜਾ ਵਿਅਕਤੀ ਹੈ ਨਾ, ਵਿਚਾਰਾਤ ਹੀਨਾ ਪਸ਼ੂ ਰੇਨ ਸਿਆਤ। ਇਹ ਸਾਰ ਕਿਤਾਬਲੀ ਵਿੱਚ ਬਚਨ ਲਿਖਿਆ ਵੀ ਜਿਹੜੇ ਬੰਦੇ ਕੋਈ ਚੰਗਾ ਵਿਚਾਰ ਨਹੀਂ, ਉਹ ਬੰਦਾ ਪਸ਼ੂ ਹੀ ਹੈ। ਤੇ ਪਸ਼ੂ ਜਿਹੜਾ ਬਣ ਗਿਆ ਤੇ ਫਿਰ ਉਹਦਾ ਭਲਾ ਕਿਵੇਂ ਹੋ ਸਕਦਾ ਹੈ। ਸਭ ਕਾਮ ਕੇ ਆਦ ਵਿਚਾਰ ਭਲੋ ਪੁਰਖੋਤਮ ਲਖਣ ਇਹ ਉਚਰੇ। ਇਹ ਲੱਛਣ ਲਿਖੇ ਨੇ ਵੀ ਸਭ ਕੰਮ ਤੋਂ ਪਹਿਲਾਂ ਭਲਾ ਵਿਚਾਰ ਕਰਨਾ ਇਹ ਸ਼ੁਭ ਲੱਖਣ ਮੰਨਿਆ ਹੈ। ਸੋ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਉਸ ਆਏ ਹੋਏ ਪੰਡਤ ਵਿਦਵਾਨ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਅਸੀਂ ਵੀ ਬਚਨ ਸੁਣ ਕੇ ਮਹਾਰਾਜ ਜੀ ਦੇ ਆਪਣੇ ਤਨ ਮਨ ਨੂੰ ਸਫਲਾ ਬਣਾਇਆ। ਭੁੱਲਾਂ ਚੁੱਕਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕੇ ਜੋ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮੇਲੋ। ਗੋਬਰ ਜੂਠਾ ਚੌਕਾ ਜੂਠਾ ਜੂਠੀ ਦੀਨੀ ਕਾਰਾ। ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ